रेलवे स्टेशन ते एक औरत चुन्नी लैके पई आ, ਉਹ ਪਈ ਦੀ ਪਈ ਰਹਿ ਗਈ। ਕਦੋਂ ਉਹਦੇ ਸਵਾਸ ਨਿਕਲ ਗਏ ਕਿਸੇ ਨੂੰ ਨਹੀਂ ਪਤਾ, ਤੇ ਉਹਦੇ ਕੋਲ ਬੈਠਾ ਬੱਚਾ ਜਿਹੜਾ ਬਹੁਤ ਮਾਸੂਮ 1.5-2 ਸਾਲ ਦਾ ਹੋਣਾ, ਉਹ ਉਹਨੂੰ ਉਠਾ ਰਿਹਾ ਮਾਂ ਨੂੰ ਆਪਣਾ। ਉਹ ਵੀ ਇੱਕ ਦ੍ਰਿਸ਼ ਇਹੋ ਜਿਹਾ ਸੀਗਾ। 750 ਤੋਂ ਵੱਧ ਡਾਕਟਰਾਂ ਦੀਆਂ ਜਾਨਾਂ ਚੱਲ ਗਈਆਂ ਸਾਨੂੰ ਬਚਾਉਂਦਿਆਂ, ਜਿਨ੍ਹਾਂ ਦੇ ਲਈ ਸਰਕਾਰ ਨੇ ਇਸ ਬਜਟ ਦੇ ਵਿੱਚ ਵੀ ਹਜੇ ਕੁਝ ਨਹੀਂ ਉਹਦੇ ਲਈ ਪ੍ਰਾਵਧਾਨ ਕੀਤਾ ਸੀ, ਕੁਝ ਨਹੀਂ ਰੱਖਿਆ ਸੀ ਵੀ ਇਹਨਾਂ ਲਈ ਕੁਝ ਦੇਣਾ ਚਾਹੀਦਾ ਆ। ਦੇਸ਼ ਦਾ ਸਭ ਤੋਂ ਵੱਡਾ ਕੀਰਤਨੀਆ ਭਾਈ ਨਿਰਮਲ ਸਿੰਘ ਜੀ, ਜਿਹਨੂੰ ਕਰੋਨਾ ਸਵੇਰੇ ਗਿਆ ਟੈਸਟ ਕਰਾਉਣ ਤੇ ਦੂਸਰੇ ਦਿਨ ਡੈੱਡ ਬੋਡੀ ਦੇਖੀ ਗਈ ਆ, ਹਸਪਤਾਲ ਦੇ ਉੱਤੇ ਸਵਾਲ ਉੱਠੇ ਆ ਤੇ ਚੰਗੀ ਤਰ੍ਹਾਂ ਇਲਾਜ ਨਹੀਂ ਹੋਇਆ, ਉਹਦੇ ਸੰਸਕਾਰ ਨੂੰ ਜਗ੍ਹਾ ਨਹੀਂ ਮਿਲੀ। ਇੱਕ ਮਨੁੱਖ ਇੱਥੇ ਨੌਕਰੀ ਕਰਨ ਲਈ ਆ, ਇੱਥੇ ਕੰਮ ਦੀ ਤਲਾਸ਼ ਆਇਆ ਸੀ, ਮੁੜ ਕੇ ਉਹਨੂੰ ਇਹੋ ਜਿਹਾ ਲੱਗਿਆ ਕਿ ਮੌਤ ਨੇੜੇ ਆ ਤੇ ਭੁੱਖ ਵੀ ਨੇੜੇ ਆ, ਤੇ ਕਿਉਂ ਨਾ ਮੈਂ ਕਿਸੇ ਆਪਣੇ ਕੋਲ ਜਾ ਕੇ ਹੀ ਮਰਾਂ। ਇਸ ਅੰਦੋਲਨ ਦੇ ਵਿੱਚ ਉਹਨਾਂ ਨੇ ਫਿਰ ਚਿੱਠੀ ਪਾਤੀ ਵੀ ਅਸੀਂ ਅਦਾਇਗੀ ਸਿੱਧੀ ਦੇਣੀ ਆ, ਕਰੋ ਚਾਹੇ ਨਾ ਕਰੋ, ਅਸੀਂ ਕਣਕ ਦੀ ਖਰੀਦ ਨਹੀਂ ਕਰਨੀ। ਜੇ ਇਸ ਵਾਰ ਦੀ ਖਰੀਦ ਖਤਮ ਹੁੰਦੀ ਆ, ਖਰਾਬ ਹੁੰਦੀ ਆ, ਤੇ ਮੋਰੇ ਅਗਲੀ ਵਾਰ ਝੋਨੇ ਦੀ ਖਰੀਦ ਖਤਮ ਹੁੰਦੀ ਆ, ਤੇ ਕਾਂਗਰਸ ਤੋਂ ਵੀ ਲੋਕਾਂ ਦਾ ਜਿਹੜਾ ਮੋਹ ਆ ਭੰਗ ਹੋ ਸਕਦਾ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਲੋਕਡਾਊਨ ਨੂੰ ਪੂਰਾ 1 ਸਾਲ ਹੋ ਗਿਆ ਤੇ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਉਸ 1 ਸਾਲ ਦਾ ਪੂਰਾ ਲੇਖਾ ਜੋਖਾ ਆਪਣੇ ਮਾਹਿਰ ਮਹਿਮਾਨਾਂ ਦੇ ਨਾਲ ਕਰਾਂਗੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਕੀ ਲਿਖਿਆ ਉਹ ਸਾਡੇ ਮਾਹਿਰ ਮਹਿਮਾਨ ਹੀ ਸਾਨੂੰ ਦੱਸਣਗੇ। ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਦਾ ਰੇੜਕਾ ਅਜੇ ਵੀ ਬਰਕਰਾਰ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸ਼ੇਰਗਿੱਲ ਸਾਹਿਬ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। 1 ਸਾਲ ਹੋ ਗਿਆ ਲੋਕਡਾਊਨ ਨੂੰ, ਤੇ ਕੀ ਕੁਝ ਗਵਾ ਲਿਆ ਤੇ ਕੀ ਕੁਝ ਪਾ ਲਿਆ ਸੀ? ਸਾਲ ਪੂਰਾ ਬੀਤ ਗਿਆ, ਗੱਲ ਗਵਾਉਣ ਔਰ ਪਾਉਣ ਤੋਂ ਅੱਗੇ ਚੱਲ ਜਾਂਦੀ ਹੈ ਵੀ ਸਿੱਖਿਆ ਕੀ ਜੀ। 1 ਸਾਲ ਲੰਘਣ ਤੋਂ ਬਾਅਦ ਅੱਜ ਵੀ ਉਸੇ ਮੋੜ ਤੇ ਲਿਆ ਕੇ ਜ਼ਿੰਦਗੀ ਖੜ ਗਈ ਆ ਜੀ। ਜਿਸ ਮੋੜ ਤੇ ਜਦੋਂ ਭਾਰਤ ਵਿੱਚ ਪਹਿਲਾ ਕੇਸ 30 ਜਨਵਰੀ ਨੂੰ ਕੇਰਲ ਵਿੱਚ ਆਇਆ ਸੀ, ਉਦੋਂ ਤੋਂ ਲੈ ਕੇ ਜਦੋਂ ਤਿਆਰੀਆਂ ਸ਼ੁਰੂ ਕਰਤੀਆਂ ਸੀ ਸਰਕਾਰ ਨੇ ਬਈ ਇਹਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ, ਬੈਠਕਾਂ ਦਾ ਦੌਰ ਚੱਲਿਆ ਸੀ, ਮੀਟਿੰਗਾਂ ਦਾ ਦੌਰ ਚੱਲਿਆ ਸੀ, ਪ੍ਰਧਾਨ ਮੰਤਰੀ ਖੁਦ ਇਹਦੇ ਵਿੱਚ ਇਨਵੋਲਵ ਸੀ ਵੀ ਇਹਦੇ ਪ੍ਰਤੀ ਪਹਿਲਾਂ ਤਾਂ ਮੇਨ ਗੱਲ ਇਹ ਸੀ ਵੀ ਲੋਕਾਂ ਨੂੰ ਜਾਗਰੂਕ ਕਿੱਦਾਂ ਕੀਤਾ ਜਾਵੇ ਵੀ ਐਡੀ ਵੱਡੀ ਜਿਹੜੀ ਮਹਾਮਾਰੀ ਜਿਹੜੀ ਕਰੋਨਾ ਦੇ ਰੂਪ 'ਚ ਆਈ ਹੋਈ ਆ, ਇਹਦਾ ਟਾਕਰਾ ਲੋਕ ਕਿਵੇਂ ਕਰਨ। ਉਹਦੇ ਲਈ ਪਹਿਲਾਂ ਚੁਣਿਆ ਗਿਆ ਸੀਗਾ ਵੀ ਆਪਾਂ ਜਨਤਾ ਕਰਫਿਊ ਲਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੱਸੀਏ ਜ਼ਰੂਰ ਜੀ ਵੀ ਤੁਸੀਂ ਅਵੇਸਲੇ ਨਹੀਂ ਹੋਣਾ, ਗਾਹਾਂ ਦਾ ਦੌਰ ਜਿਹੜਾ ਆ ਬਹੁਤ ਮੁਸ਼ਕਲਾਂ ਭਰਿਆ ਆ ਰਿਹਾ ਜੀ। ਉਸ ਤੋਂ ਬਾਅਦ ਜਿਹੜਾ 1 ਦਿਨ ਦੇ ਜਨਤਾ ਕਰਫਿਊ ਤੋਂ ਬਾਅਦ ਅੱਜ ਦੀ ਤਰੀਕ ਮਤਲਬ 24 ਔਰ 25 ਦੀ ਦਰਮਿਆਨੀ ਰਾਤ 12 ਵਜੇ ਤੋਂ ਲੈ ਕੇ 21 ਦਿਨ ਦਾ ਲਾਕਡਾਊਨ ਜਦੋਂ ਲੱਗਾ ਸੀਗਾ ਤੇ ਪੂਰੀ ਦੁਨੀਆ ਪੂਰਾ ਦੇਸ਼ ਜਿਹੜਾ ਇੱਕ ਕਿਸਮ ਨਾਲ ਠਹਿਰ ਗਿਆ ਸੀਗਾ ਜੀ। ਸੜਕਾਂ ਤੋਂ ਲੈ ਕੇ ਰੇਲ ਦੇ ਪੱਟੀ, ਰੇਲਵੇ ਦੇ ਚੱਕੇ ਜਾਮ ਹੋ ਗਏ ਸੀਗੇ, ਹਵਾਈ ਜਹਾਜ਼ਾਂ ਦੇ ਜਿਹੜੇ ਪਾਰੇ ਆ ਉਹਨਾਂ ਨੂੰ ਜਿੰਦਰੇ ਲੱਗ ਗਏ ਸੀ ਔਰ ਉਹ ਗਰਾਊਂਡ ਹੋ ਗਏ ਸੀ। ਕਹਿਣ ਦਾ ਭਾਵ ਹੈ ਵੀ ਹਵਾਈ ਜਹਾਜ਼ ਵੀ ਇੱਕਦਮ ਗਰਾਊਂਡ 'ਤੇ ਖੜ ਗਏ ਸੀਗੇ, ਕਿਸੇ ਉਡਣ ਜੋਗੇ ਨਹੀਂ, ਕਿਤੇ ਜਾਣ ਜੋਗੇ ਨਹੀਂ। ਸੜਕਾਂ ਦੇ ਉੱਤੇ, ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਉੱਲੂ ਬੋਲਣ ਵਾਲੀ ਸਥਿਤੀ ਬਣ ਗਈ ਸੀਗੀ ਵੀ ਸਾਰਾ ਹੀ ਬੀਆਬਾਨ ਐਂ ਲੱਗਦਾ ਸੀਗਾ ਵੀ ਜਿੱਦਾਂ ਦੁਨੀਆ ਕਿਤੇ ਪਤਾ ਨਹੀਂ ਕਿੱਧਰ ਨੂੰ ਖੋ ਗਈ ਆ, ਲੱਭਦੀ ਨਹੀਂ ਪਈ, ਖਲਕਤ ਹੀ ਪੂਰੀ ਇਹੋ ਜਿਹੀ ਠੱਪ ਹੋ ਕੇ ਰਹਿ ਗਈ ਸੀਗੀ। ਉਹ ਦੌਰ ਐਸਾ ਚੱਲਿਆ ਵੀ 21 ਦਿਨ ਦੇ ਲਾਕਡਾਊਨ ਦੇ ਵਿੱਚ ਕਈ ਕੁਛ ਹੋ ਗੁਜ਼ਰਿਆ। ਉਸ ਤੋਂ ਬਾਅਦ ਉਮੀਦ ਸੀਗੀ ਕਿ ਸ਼ਾਇਦ 21 ਦਿਨ ਤੋਂ ਬਾਅਦ ਇਹੋ ਜਿਹਾ ਕੰਮ ਦੁਬਾਰਾ ਨਾ ਹੋਊਗਾ, ਲਾਕਡਾਊਨ ਦੁਬਾਰਾ ਨਹੀਂ ਲੱਗੂਗਾ, ਪਰ ਉਹ ਤੋਂ ਵੀ ਵੱਧ ਮੁਸ਼ਕਲਾਂ ਭਰਿਆ ਸਮਾਂ ਜਿਹੜਾ ਉਹ ਹਜੇ ਆਉਣ ਵਾਲਾ ਸੀਗਾ। ਅੱਜ ਦੇ ਸਮੇਂ ਦੇ ਵਿੱਚ ਉਹ ਦੌਰ ਨੂੰ ਯਾਦ ਕੋਈ ਨਹੀਂ ਕਰੇਗਾ, ਉਸ ਮੰਜ਼ਰ ਨੂੰ ਨਹੀਂ ਕੋਈ ਦੇਖੂਗਾ, ਉਸ ਜਿਹੜੇ ਡਰਾਵਨੇ ਭਿਆਨਕ ਦ੍ਰਿਸ਼ ਸੀਗੇ ਜਿਹੜੇ ਉਦੋਂ ਦੇ, ਉਹਨੂੰ ਕੋਈ ਯਾਦ ਕਰਕੇ ਇੱਦਾਂ ਨਹੀਂ ਕਹੂਗਾ ਵੀ ਆਹ ਵੀ ਅਸੀਂ ਦੇਖਿਆ। ਪਰ ਜਿਹੜਾ ਇਤਿਹਾਸ ਬਣ ਗਿਆ, ਉਹ ਜਿਹੜੇ ਦੌਰ ਸੀ, ਉਹ ਗੱਲਾਂ ਸੀ, ਉਹ ਦ੍ਰਿਸ਼ ਸੀ, ਉਹ ਤਸਵੀਰਾਂ ਸੀ, ਉਹ ਇਤਿਹਾਸ ਵਿੱਚ ਦਰਜ ਹੋ ਗਈਆਂ, ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਵੀ ਆਹ ਵੀ ਸਮਾਂ ਜਿਹੜਾ ਭਾਰਤ ਵਿੱਚ ਆਇਆ ਸੀਗਾ। ਉਸ ਲਾਕਡਾਊਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਾਰੋਬਾਰ, ਦੁਕਾਨਾਂ, ਵਪਾਰ, ਪੜ੍ਹਾਈ, ਦਫ਼ਤਰ, ਅਦਾਰੇ ਸਰਕਾਰੀ ਤੌਰ 'ਤੇ ਕੁਛ ਵੀ ਨਹੀਂ ਸੀ ਚੱਲਦਾ, ਟੋਟਲੀ ਬੰਦ ਹੋ ਗਿਆ ਸੀਗਾ। ਮੁਸ਼ਕਲਾਂ ਦਾ ਸਭ ਤੋਂ ਵੱਧ ਜਿਹੜਾ ਸੀ ਉਹ ਘਿਰਿਆ ਗਿਆ ਸੀ ਬੰਦਾ ਮੱਧ ਵਰਗ ਦਾ ਤੇ ਗਰੀਬ ਵਰਗ ਦਾ। ਪਹਿਲੇ ਜਿਹੜੇ 21 ਦਿਨ ਸੀ ਉਹ ਤਾਂ ਉਹਨਾਂ ਨੂੰ ਲੱਗ ਗਏ ਸੀਗੇ ਵੀ ਹੋ ਸਕਦਾ ਇੱਕੋ ਹੀ ਲਾਕਡਾਊਨ ਆ, 21 ਦਿਨ ਤੋਂ ਬਾਅਦ
ਫਿਰ ਨਾਰਮਲ ਹੋ ਜਾਣਗੇ ਹਾਲਾਤ। ਪਰ ਜਦੋਂ ਕੇਸ ਉਦੋਂ 500 ਸੀਗੇ ਜਦੋਂ ਲੋਕਡਾਊਨ ਲਾਇਆ, 500 ਤੋਂ ਵਧਿਆ ਹੋਰ ਵਧਣ ਲੱਗ ਪਏ ਸੀਗੇ, ਕਿਉਂਕਿ ਹਜੇ ਸ਼ੁਰੂਆਤ ਹੋਈ ਸੀਗੀ। ਸ਼ੁਰੂਆਤ ਵਿੱਚ ਹੀ ਉਹਨੂੰ ਕੰਟਰੋਲ ਕਰਨ ਦਾ ਸਰਕਾਰ ਦਾ ਇੱਕ ਨਾਯਾਬ ਤਰੀਕਾ ਸੀਗਾ, ਜਿਹਨੂੰ ਕਿ ਵਰਲਡ ਦੇ ਲੋਕਾਂ ਨੇ ਵੀ ਸਰਾਹਿਆ ਸੀਗਾ ਕਿ ਇਹਨਾਂ ਨੇ ਕੁਝ ਹੱਦ ਤੱਕ ਕਾਬੂ ਪਾਉਣ ਲਈ ਵਧੀਆ ਕਦਮ ਚੁੱਕਿਆ ਆ। ਪਰ ਉਹਦੇ ਲਈ ਜੋ ਤਰਾਸਦੀ ਲੋਕਾਂ ਨੂੰ ਝੱਲਣੀ ਪਈ ਅਗਲੇ ਲਾਕਡਾਊਨ ਦੇ ਵਿੱਚ, ਜਿਹੜਾ 21 ਦਿਨਾਂ ਤੋਂ ਬਾਅਦ ਸ਼ੁਰੂ ਹੋਇਆ ਸੀ, ਉਦੋਂ ਤਾਂ ਫਿਰ ਮਤਲਬ ਐਡੀ ਵੱਡੀ ਤਰਾਸਦੀ ਆ ਵੀ ਮਜ਼ਦੂਰਾਂ ਨੂੰ ਜਿਹੜੀ ਝੱਲਣੀ ਪਈ ਸੀ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਆ। ਆਪਾਂ ਦੇ ਅੱਖਾਂ ਦੇ ਮੂਹਰੇ ਉੱਦਾਂ ਦੇ ਸੀਨ ਆ ਜਾਂਦੇ ਆ। ਜਿੰਨੇ ਦਿਨ ਤਾਂ ਉਹਨਾਂ ਕੋਲ ਰਾਸ਼ਨ ਪਿਆ ਸੀਗਾ 21 ਦਿਨਾਂ ਦਾ, ਜੋ ਕੁਝ ਉਹਨਾਂ ਕੋਲ ਬਚਤ ਪਈ ਸੀਗੀ ਉਹ ਉਹਨਾਂ ਨੇ 21 ਦਿਨ ਦੇ ਵਿੱਚ ਸਮਾਪਤ ਹੋਣ ਦੇ ਕੰਢੇ ਸੀਗੀ, ਜਾਂ ਕਈਆਂ ਦੇ ਕੋਲ ਖਤਮ ਵੀ ਹੋ ਗਈ ਸੀਗੀ, ਰਾਸ਼ਨ ਪਾਣੀ ਹੈ ਨਹੀਂ ਸੀ ਉਹਨਾਂ ਦਾ। ਫਿਰ ਇਹ ਸੀ ਮਕਸਦ ਬਈ ਕਰੋਨਾ ਨਾਲ ਤਾਂ ਜਦੋਂ ਮਰਨਾ ਭੁੱਖ ਨਾਲ ਪਹਿਲਾਂ ਮਰਾਂਗੇ। ਫਿਰ ਉਹਨਾਂ ਦਾ ਸਬਰ ਹੀ ਟੁੱਟ ਗਿਆ। ਸਬਰ ਇਸ ਕਦਰ ਟੁੱਟਾ ਵੀ ਜੇ ਕਰੋਨਾ ਨਾਲ ਹੀ ਮਰਨਾ ਤੇ ਆਪਣਿਆਂ ਕੋਲ ਜਾ ਕੇ ਕਿਉਂ ਨਾ ਮਰਿਆ ਜਾਵੇ। ਉਹ ਫਿਰ ਇੱਦਾਂ ਤੁਰ ਪਏ ਆਪਣੇ ਘਰਾਂ ਨੂੰ ਬਈ ਹੁਣ ਲੱਗਦਾ ਨਹੀਂ ਵੀ ਮੁੜ ਕੇ ਇਹੋ ਜਿਹਾ ਦੌਰ ਆ ਜਾਊਗਾ। ਆਇਆ ਵੀ ਨਹੀਂ, ਹਜੇ ਤੱਕ ਵੀ ਆਪਾਂ ਉਹਦੇ ਨਾਲ ਹੀ ਚੱਲਦੇ ਪਏ ਹਾਂ। ਲੀਹ ਤੇ ਪਟੜੀ ਜ਼ਰੂਰ ਆ ਗਈ ਆ, ਪਰ ਫਿਰ ਵੀ ਉਹ ਡਰ ਸਤਾਉਂਦਾ ਰਹਿੰਦਾ ਵੀ ਹੁਣ ਅੱਗੋਂ ਕੀ ਹੋਊਗਾ। ਉਹ ਇੱਦਾਂ ਦਾ ਦੌਰ ਚੱਲਿਆ ਕਿ ਘੱਟੋ ਘੱਟ 1,500 ਕਿਲੋਮੀਟਰ ਲੋਕਾਂ ਨੇ ਜਿਹੜੀਆਂ ਪੈਦਲ ਜਿਹੜੇ ਆ ਐਡੇ ਲੰਮੇ ਪੈਂਡੇ ਆ ਉਹ ਪੈਰਾਂ ਨਾਲ ਹੀ ਨਾਪ ਦਿੱਤੇ ਸੀਗੇ। ਕੋਈ ਧੀ ਆਪਣੇ ਪਿਓ ਨੂੰ 1500 ਕਿਲੋਮੀਟਰ ਸਾਈਕਲ ਚਲਾ ਕੇ ਲੈ ਕੇ ਘਰ ਨੂੰ ਗਈ ਆ, ਤੇ ਕੋਈ ਮਾਂ ਜੇ ਰੋਡ ਦੇ ਉੱਤੇ ਜਾਂਦੀ ਆ ਤਾਂ ਸੂਟਕੇਸ ਦੇ ਉੱਤੇ ਉਹਦਾ 1.5-2 ਸਾਲ ਦਾ ਬੱਚਾ ਲਟਾਇਆ ਹੋਇਆ ਸੁੱਤਾ ਪਿਆ ਉਹ ਜਾਂਦਾ ਹੋਇਆ, ਉਹ ਮੰਜ਼ਰ ਵੀ ਆਪਾਂ ਦੇਖਿਆ। ਫਿਰ ਰੇਲਵੇ ਸਟੇਸ਼ਨ ਤੇ ਇੱਕ ਔਰਤ ਚੁੰਨੀ ਲੈ ਕੇ ਪਈ ਆ, ਉਹ ਪਈ ਦੀ ਪਈ ਰਹਿ ਗਈ, ਕਦੋਂ ਉਹਦੇ ਸਵਾਸ ਨਿਕਲ ਗਏ ਕਿਸੇ ਨੂੰ ਨਹੀਂ ਪਤਾ। ਤੇ ਉਹਦੇ ਕੋਲ ਬੈਠਾ ਬੱਚਾ ਜਿਹੜਾ ਬਹੁਤ ਮਾਸੂਮ 1.5-2 ਸਾਲ ਦਾ ਹੋਣਾ, ਉਹ ਉਹਨੂੰ ਉਠਾ ਰਿਹਾ ਮਾਂ ਨੂੰ ਆਪਣਾ। ਉਹ ਵੀ ਇੱਕ ਦ੍ਰਿਸ਼ ਇਹੋ ਜਿਹਾ ਸੀਗਾ। ਫਰੰਟ ਲਾਈਨ ਵਾਰੀਅਰ ਜਿਹੜੇ ਕਿ ਸਾਨੂੰ ਹੁਣ ਤੱਕ ਬਚਾਉਂਦੇ ਆਏ ਆ, ਬਚਾ ਵੀ ਰਹੇ ਆ, ਉਹ ਘਰੋਂ ਇਹੋ ਜਿਹੇ ਨਿਕਲੇ ਪਏ ਸੀ ਮਰੀਜ਼ਾਂ ਦਾ ਇਲਾਜ ਕਰਨ ਜਾਣਾ, ਪਰ ਕਈ ਮਹੀਨੇ ਉਹ ਘਰ ਨਹੀਂ ਮੁੜੇ, ਤੇ ਕਈ ਤਾਂ ਇਹੋ ਜਿਹੇ ਜਿਹੜੇ ਵਾਪਸ ਗਏ ਹੀ ਨਹੀਂ, ਉਹ ਉੱਥੇ ਹੀ ਅਲੋਪ ਹੋ ਗਏ। ਤੇ ਕਈਆਂ ਨੂੰ ਇਸ ਗੱਲ ਦਾ ਡਰ ਸੀਗਾ ਵੀ ਜੇ ਅਸੀਂ ਘਰ ਗਏ ਤੇ ਕਿਤੇ ਸਾਡੇ ਵਾਲੀ ਲਾਗ ਜਿਹੜੀ ਉਹ ਘਰਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਨਾ ਫੈਲ ਜਾਏ, ਅਸੀਂ ਉਹਨਾਂ ਨੂੰ ਬਚਾਉਣਾ ਆ। ਜੋ ਕੰਮ ਇੱਕ ਮਾਂ ਆਪਣੇ ਬੱਚੇ ਲਈ ਕਰਦੀ ਰਹੀ ਉਹ ਆਪਾਂ ਦੇਖਿਆ ਪਿਤਾ ਕਰਦਾ ਰਿਹਾ। ਬੱਚੇ ਨੂੰ ਦੁੱਧ ਪਿਆਉਣ ਤੱਕ, ਤਿਆਰ ਕਰਨ ਤੱਕ, ਖਾਣਾ ਖਵਾਉਣ ਤੱਕ ਸਾਰੇ ਕੰਮ ਪਿਓ ਕਰਦਾ ਰਿਹਾ। ਫਿਰ ਵੀ ਜਦੋਂ ਬੱਚਾ ਜਿੱਦ ਕਰਦਾ ਸੀਗਾ ਵੀ ਮੈਂ ਆਪਣੀ ਮਾਂ ਤੋਂ ਹੀ ਸੌਣਾ, ਤਾਂ ਆਪਾਂ ਉਹ ਵੀ ਦੌਰ ਦੇਖਿਆ ਵੀ ਮਾਂ ਨੇ ਵੀਡੀਓ ਕਾਲ ਕਰਕੇ ਆਪਣੇ ਬੱਚੇ ਨੂੰ ਲੋਰੀ ਉਹ ਹਸਪੀਟਲ ਬੈਠਿਆਂ ਸੁਣਾ ਕੇ ਸੁਲਾਇਆ ਸੀਗਾ। ਉਹ ਵੀ ਇੱਕ ਬਹੁਤ ਵੱਡੀ ਤਰਾਸਦੀ ਸੀ। ਕਈ ਦੌਰ ਇਦਾਂ ਦੇ ਜਿਹੜੇ ਮੈਨੂੰ ਲੱਗਦਾ ਨਹੀਂ ਪਹਿਲਾਂ ਸਮੇਂ ਦੇ ਵਿੱਚ ਬਜ਼ੁਰਗਾਂ ਨਾਲ ਗੱਲ ਕਰਕੇ ਦੇਖਾਂਗੇ ਤਾਂ ਇਦਾਂ ਦਾ ਸਮਾਂ ਕਦੇ ਆਇਆ ਨਹੀਂ। ਕਈ ਪੁਲਿਸ ਅਫਸਰ, ਫਿਰ ਚਾਹੇ ਮੁਲਾਜ਼ਮ ਆ, ਚਾਹੇ ਪੁਲਿਸ ਅਫਸਰ ਵੱਡੇ ਤੋਂ ਵੱਡਾ ਅਧਿਕਾਰੀ ਆ, ਉਹ ਵੀ ਇਸ ਕਰੋਨਾ ਦੀ ਲਪੇਟ 'ਚ ਆ ਗਿਆ ਲੋਕਾਂ ਦੇ ਖਾਤਰ। 750 ਤੋਂ ਵੱਧ ਡਾਕਟਰਾਂ ਦੀਆਂ ਜਾਨਾਂ ਚੱਲ ਗਈਆਂ ਸਾਨੂੰ ਬਚਾਉਂਦਿਆਂ, ਜਿਨ੍ਹਾਂ ਦੇ ਲਈ ਸਰਕਾਰ ਨੇ ਇਸ ਬਜਟ ਦੇ ਵਿੱਚ ਵੀ ਹਜੇ ਕੁਝ ਨਹੀਂ ਉਹਦੇ ਲਈ ਪ੍ਰਾਵਧਾਨ ਕੀਤਾ ਸੀ, ਕੁਝ ਨਹੀਂ ਰੱਖਿਆ ਸੀ ਵੀ ਇਹਨਾਂ ਲਈ ਕੁਝ ਦੇਣਾ ਚਾਹੀਦਾ ਆ। ਉਸ ਜਿਹੜੇ ਫਰੰਟ ਲਾਈਨ ਵਾਰੀਅਰਾਂ ਨੂੰ ਆਪਾਂ ਜਿੰਨਾ ਵੀ ਸਲਾਮ ਕਰਾਂਗੇ ਉਨਾ ਥੋੜਾ ਆ। PPE ਕਿੱਟਾਂ ਦੀ ਐਸੀ ਜਿਹੜੀ ਉਹ ਗਰਮੈਸ਼ ਸੀਗੀ, ਜਿਹੜੀ ਕਿ ਉਹ ਜਿਹਨੇ ਪਾਈ ਹੁੰਦੀ ਸੀ ਉਹਨੂੰ ਪਤਾ ਲੱਗਦਾ ਸੀ ਵੀ ਇਹ ਹੈ ਕੀ ਚੀਜ਼ ਆ। 24 ਘੰਟੇ ਉਹਨਾਂ ਨੂੰ ਉਹ ਲਾਉਣੀ ਨਸੀਬ ਨਹੀਂ ਹੋਈ। ਜੇ ਕੋਈ ਘਰ ਚਲੇ ਵੀ ਜਾਂਦਾ ਸੀਗਾ ਤਾਂ ਐਡੀ ਦੂਰੋਂ ਹੀ ਨਿਹਾਰਦਾ ਸੀ ਆਪਣੇ ਬੱਚਿਆਂ ਨੂੰ ਵੀ ਮੇਰੇ ਕੋਲੋਂ ਭਾਈ 6 ਫੁੱਟ ਦੀ ਦੂਰੀ ਰੱਖ, ਪਤਾ ਨਹੀਂ ਕਿਹੜੇ ਵੇਲੇ ਇਹ ਬਿਮਾਰੀ ਜਿਹੜੀ ਮੇਰੇ ਕੋਲੋਂ ਤੇਰੇ ਕੋਲ ਪਹੁੰਚ ਜਾਣੀ ਹੈ। ਬੱਚਿਆਂ ਨੂੰ ਕਈ ਮਾਂ-ਬਾਪ ਤਾਂ 6 ਮਹੀਨੇ ਗੋਦੀ 'ਚ ਨਹੀਂ ਖੜਾ ਸਕੇ। ਕਈ ਜਿਹੜੇ ਮਾਂ-ਬਾਪ ਆ ਗਲਵਕੜੀ ਨਹੀਂ ਪਾ ਸਕੇ। ਉਹਨਾਂ ਦੇ ਪਰਿਵਾਰ ਜਿਹੜੇ ਆ ਘਰ ਬੈਠੇ ਬਜ਼ੁਰਗ ਮਾਂ-ਬਾਪ ਉਹੀ ਉਹਨਾਂ ਨੂੰ ਪਾਲਦੇ ਰਹੇ, ਤਾਂ ਕਈਆਂ ਨੂੰ ਦਰਸ਼ਨ ਵੀ ਨਹੀਂ ਹੋਏ। ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਕਈ ਜਿਹੜੇ ਉਹ ਵਾਪਸ ਹੀ ਨਹੀਂ ਮੁੜ ਕੇ ਆਏ। ਉਹ ਹਲੇ ਵੀ ਮਤਲਬ ਸਮਝਦਾ ਕਹਿ ਲਓ ਕਿ ਉਹਨਾਂ ਦਾ ਜਿਹੜਾ ਦਰਦ ਸੀਗਾ ਉਹ ਉਹਨਾਂ ਦੇ ਪਰਿਵਾਰ ਨੂੰ ਪਤਾ ਸੀਗਾ ਤੇ ਜਾਂ ਉਹਨਾਂ ਨੂੰ ਪਤਾ ਸੀਗਾ। ਫਿਰ ਇੱਕ ਦੌਰ ਜਿਹੜਾ ਗੈਰ ਮਨੁੱਖੀ ਆਇਆ ਬਹੁਤ ਵੱਡਾ, ਜਿਹੜਾ ਕਦੇ ਵੀ ਨਹੀਂ ਸੀ ਆਉਣਾ ਚਾਹੀਦਾ, ਜਿਹੜਾ ਕਦੇ ਆਵੇ ਵੀ ਨਾ। ਉਹ ਇਹ ਸੀ ਕਿ ਧੀਆਂ ਪੁੱਤਾਂ ਨੇ ਕਰੋਨਾ ਨਾਲ ਮਰੇ ਆਪਣੇ ਮਾਪਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰਤਾ। ਇਹ ਇਦੋਂ ਵੱਡੀ ਤਰਾਸਦੀ ਜਿਹੜੀ ਕਲਯੁਗ ਦੇ ਵਿੱਚ ਇਸ ਸਦੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੋਰ ਕੋਈ ਆਊਗੀ। ਫੋਨ ਕਰਕੇ ਹਸਪੀਟਲ 'ਚ ਸਿੱਧਾ ਕਹਿਤਾ ਵੀ ਭਾਈ ਇੱਥੇ ਹੀ ਸੰਸਕਾਰ ਜੋ ਕਰਨਾ ਕਰ ਦਿਓ, ਡੈੱਡ ਬੋਡੀ ਦਾ ਘਰ ਨਾ ਲੈ ਕੇ ਆਇਓ। ਪਰ ਉਹ ਇਸ ਗੱਲ ਨੂੰ ਭੁੱਲ ਗਏ ਵੀ ਜਿਸ ਮਾਂ-ਬਾਪ ਨੇ ਤੁਹਾਨੂੰ ਜਨਮ ਦਿੱਤਾ, ਰੱਬ ਨਾ ਕਰੇ ਉਹ ਬਿਮਾਰੀ ਤੁਹਾਨੂੰ ਆਈ ਹੁੰਦੀ ਤੇ ਕੀ ਉਹ ਮਾਂ-ਬਾਪ ਤੁਹਾਡੇ ਲਈ ਸਲੂਕ ਵਰਤਦੇ ਤਾਂ ਕੀ ਹੁੰਦਾ। ਪਰ ਉਹ ਮਾਂ-ਬਾਪ ਸੀ, ਮਾਂ-ਬਾਪ ਵਰਤਦੇ ਨਹੀਂ ਹੁੰਦੇ। ਇਹ ਧੀਆਂ ਪੁੱਤਾਂ ਨੇ ਇਹ ਕਾਰਾ ਕਰਕੇ ਦਿਖਾ ਲਿਆ। ਇਦੋਂ ਵੱਡੀ ਹੋਰ ਗੈਰ ਮਨੁੱਖੀ ਕੰਮ ਇਹ ਹੋਇਆ, ਦੇਸ਼ ਦਾ ਸਭ ਤੋਂ ਵੱਡਾ ਕੀਰਤਨੀਆ ਭਾਈ ਨਿਰਮਲ ਸਿੰਘ ਜੀ, ਜਿਹਨੂੰ ਕਰੋਨਾ ਸਵੇਰੇ ਗਿਆ ਟੈਸਟ ਕਰਾਉਣ ਤੇ ਦੂਸਰੇ ਦਿਨ ਡੈੱਡ ਬੋਡੀ ਦੇਖੀ ਗਈ ਆ,
ਹਸਪਤਾਲ ਦੇ ਉੱਤੇ ਸਵਾਲ ਉੱਠੇ ਆ ਕਿ ਚੰਗੀ ਤਰ੍ਹਾਂ ਇਲਾਜ ਨਹੀਂ ਹੋਇਆ, ਉਹਦੇ ਸੰਸਕਾਰ ਨੂੰ ਜਗ੍ਹਾ ਨਹੀਂ ਮਿਲੀ ਜੀ। ਇਹ ਵੀ ਇੱਕ ਬਹੁਤ ਵੱਡੀ ਤਰਾਸਦੀ ਆ। ਫਿਰ ਕਈ ਲੋਕਾਂ ਨੂੰ ਮੋਢਾ ਦੇਣ ਤੱਕ ਨਹੀਂ ਉਹਨਾਂ ਦਾ ਨਸੀਬ ਹੋਇਆ। ਔਰ ਆਪਾਂ ਗੱਲ ਕਰੀਏ ਜੇ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਆ ਜੀ, ਜਿਹਦੇ ਕਰੋੜਾਂ ਹੀ ਪ੍ਰਸ਼ੰਸਕ ਸੀਗੇ, ਪਰ ਆਖਰੀ ਵੇਲੇ ਉਹਦੇ ਨਾਲ ਬੰਦੇ 4 ਹੀ ਗਏ ਜੀ। ਉਹ ਵੀ ਇੱਕ ਬਹੁਤ ਵੱਡੀ ਤਰਾਸਦੀ ਸੀ। ਉਸ ਤੋਂ ਬਾਅਦ ਮਨੁੱਖਤਾ ਜਿਹੜੀ ਆ ਉਹ ਵੀ ਬਹੁਤ ਪਰਪੱਕ ਹੋ ਕੇ ਬਾਹਰ ਆਈ ਆ ਜੀ, ਜਿਹਦੇ ਵਿੱਚ ਆਪਾਂ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ, ਇਹਦੀ ਜਿਹੜੀ ਬਹੁਤ ਵੱਡੀ ਚਰਚਾ ਹੋਈ ਆ। ਆਪ ਦੀ ਪਰਵਾਹ ਕੀਤੇ ਬਿਨਾ ਇਸ ਭਾਈਚਾਰੇ ਨੇ ਪੂਰੀ ਦੁਨੀਆ ਦੇ ਵਿੱਚ ਕਹਿ ਲਓ, ਪੂਰੇ ਦੇਸ਼ ਵਿੱਚ ਕਹਿ ਲਓ, ਲੰਗਰ ਦਾ ਐਸਾ ਦੌਰ ਚਲਾਇਆ ਵੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੱਤਾ। ਜੀ। ਉਹ ਹਜੇ ਵੀ ਚਰਚਾ ਚੱਲ ਰਹੀ ਆ। ਖੁਦ ਉਸ ਬਿਮਾਰੀ ਦੀ ਭੇਟ ਚੜ੍ਹ ਗਏ, ਪਰ ਅਗਲਿਆਂ ਨੂੰ ਬਚਾਉਣ ਤੱਕ ਪੂਰੀ ਵਾਹ ਲਾਈ। ਕਈ ਇਹੋ ਜਿਹੇ ਬੰਦੇ ਵੀ ਹੈਗੇ ਐਂਬੂਲੈਂਸ ਚਲਾਉਂਦੇ ਸੀਗੇ, ਜਿਹੜੇ ਪਿਓ ਪੁੱਤ ਦਿੱਲੀ ਵਾਲੇ, ਜੀ। ਉਹਨਾਂ ਨੇ ਐਂਬੂਲੈਂਸ ਦੇ ਵਿੱਚ ਕਰੋਨਾ ਦੀਆਂ ਡੈੱਡ ਬੋਡੀਆਂ ਜਿਹੜੀਆਂ ਇੰਨੀਆਂ ਘਟੋਈਆਂ ਵੀ ਖੁਦ ਉਹ ਬੁਰੀ ਤਰ੍ਹਾਂ ਗ੍ਰਸਤ ਹੋ ਗਏ ਸੀ ਇਸ ਬਿਮਾਰੀ ਨਾਲ। ਮਸੀਂ ਬਚਾਅ ਹੋਇਆ, ਇੱਦਾਂ ਦੇ ਸੀਗੇ। ਔਰ ਬਚਾਅ ਹੋਣ ਤੋਂ ਬਾਅਦ ਠੀਕ ਹੋ ਕੇ ਫਿਰ ਉਸ ਕੰਮ 'ਚ ਜੁਟ ਗਏ ਸੀਗੇ। ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਨਾ, ਕਰੂਪ ਚਿਹਰਾ ਮਨੁੱਖਤਾ ਦਾ ਵੀ ਬਹੁਤ ਵੱਡੀ ਪੱਧਰ ਤੇ ਸਾਹਮਣੇ ਆਇਆ, ਤੇ ਮਨੁੱਖਤਾ ਵਾਲਾ ਜਿਹੜਾ ਇੱਕ ਜ਼ਿਆਦਾ ਵੱਡਾ ਰੂਪ ਜਿਹੜਾ ਆ ਉਹ ਵੀ ਸਾਹਮਣੇ ਆਇਆ, ਜੋ ਆਪਣੇ ਸਾਹਮਣੇ ਸੀਗਾ। ਪੇ ਖਾਲਸਾ ਏਡ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ, ਜਿਹਦੇ ਵਿੱਚ ਇਸ ਗੱਲ ਨੂੰ ਲੈ ਕੇ ਸਰਕਾਰਾਂ ਬੇਸ਼ੱਕ ਕਹਿੰਦੀਆਂ ਅਸੀਂ ਰਾਸ਼ਨ ਵੰਡਿਆ, ਅਸੀਂ ਉਹ ਵੰਡਿਆ, ਪਰ ਕਿਤੇ ਉਹ ਦ੍ਰਿਸ਼ ਵਿੱਚ ਸਾਹਮਣੇ ਨਹੀਂ ਆਇਆ ਜੋ ਆਪਣੇ ਭਾਈਚਾਰੇ ਨੇ ਕਰ ਵਿਖਾਇਆ ਸੀਗਾ। ਜੀ ਸ਼ਰਮਾ ਜੀ, ਇਸ ਬਾਰੇ ਤੁਹਾਡੇ ਵੀ ਵਿਚਾਰ ਜਾਣਦੇ ਆ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆ। ਸ਼ਰਮਾ ਜੀ, ਇਸ 1 ਸਾਲ ਦੇ ਦੌਰ ਬਾਰੇ ਤੁਹਾਡਾ ਕੀ ਵਿਚਾਰ ਹੈ? ਵਿਚਾਰ ਦੇਖੋ, ਇਹ ਵਿਚਾਰ ਜਿਹੜੇ ਨੇ ਬੜੇ ਲੰਬੇ ਚੌੜੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪ ਹੰਡਾਈਆਂ। ਜਿੱਦਾਂ ਸ਼ੇਰਗਿੱਲ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਇਤਿਹਾਸ ਬਣੇਗਾ ਕਿ ਅਸੀਂ ਕਿਹੋ ਜਿਹੇ ਉਸ 1 ਸਾਲ ਦੇ ਵਿੱਚ ਰਹੇ ਸੀ। ਹਾਲੇ ਵੀ ਆਉਣ ਵਾਲਾ ਸਮਾਂ ਕਿਹੋ ਜਿਹਾ ਆ ਰਿਹਾ ਇਹਦੇ ਬਾਰੇ ਕੁਝ ਦੱਸ ਨਹੀਂ ਸਕਦੇ। ਮਾਰ ਕਹਿ ਰਹੇ ਨੇ ਕਿ ਇਹ ਠੀਕ ਹੋ ਰਿਹਾ ਆ, ਟੀਕਾਕਰਨ ਵੀ ਕੋਈ ਚੀਜ਼ਾਂ ਜਿਹੜੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੀਆਂ, ਪਰ ਬਿਮਾਰੀ ਹਾਲੇ ਜਿਉਂ ਦੀ ਤਿਉਂ ਬਣੀ ਹੋਈ ਹੈ। ਜਦੋਂ ਅਸੀਂ ਉਸ ਦੌਰ ਨੂੰ ਯਾਦ ਕਰਦੇ ਹਾਂ ਸਵਲੀਨ ਜੀ, ਬਿਲਕੁਲ ਸ਼ੇਰਗਿੱਲ ਜੀ ਨੇ ਜਿੱਦਾਂ ਬੜੀਆਂ ਗੱਲਾਂ ਪੁਰਾਣੀਆਂ ਚੇਤੇ ਕਰਾਈਆਂ। ਅਸੀਂ ਅਕਸਰ ਦੇਖਦੇ ਹਾਂ ਜਦੋਂ ਚੋਣਾਂ ਦਾ ਦੌਰ ਹੁੰਦਾ ਕਿ ਸਾਡੀ ਜਿਹੜੀ ਯਾਦ ਸ਼ਕਤੀ ਆ ਉਹ ਬੜੀ ਛੋਟੀ ਆ। ਅਸੀਂ ਸਮੇਂ ਦੀਆਂ ਕੀਤੀਆਂ ਹੋਈਆਂ ਸਰਕਾਰਾਂ ਦੀਆਂ ਗੱਲਾਂ ਭੁੱਲ ਕੇ ਤੇ ਜਿਹੜੇ ਉਹਨਾਂ ਦੇ ਚੋਣ ਮੈਨੀਫੈਸਟੋ ਨੂੰ ਪੜ੍ਹ ਕੇ ਫਿਰ ਵੋਟ ਦੇ ਦਿੰਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਉਸ 1 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਭੁੱਲੇ ਵੀ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਇੰਪ੍ਰਿੰਟ ਹੋਈਆਂ ਜਿਹੜੀਆਂ ਕਦੇ ਨਹੀਂ ਭੁੱਲ ਸਕਦੇ। ਜਿੱਦਾਂ ਉਹਨਾਂ ਨੇ ਦੱਸਿਆ ਕਿ ਇੱਕ ਮਨੁੱਖ ਇੱਥੇ ਨੌਕਰੀ ਕਰਨ ਲਈ ਜਾਂ ਇੱਥੇ ਕੰਮ ਦੀ ਤਲਾਸ਼ 'ਚ ਆਇਆ ਸੀ, ਮੁੜ ਕੇ ਉਹਨੂੰ ਇਹੋ ਜਿਹਾ ਲੱਗਿਆ ਕਿ ਮੌਤ ਨੇੜੇ ਆ ਤੇ ਭੁੱਖ ਵੀ ਨੇੜੇ ਆ, ਤੇ ਕਿਉਂ ਨਾ ਮੈਂ ਕਿਸੇ ਆਪਣੇ ਕੋਲ ਜਾ ਕੇ ਹੀ ਮਰਾਂ। ਤੇ ਜਿਹੜੀ ਆਪਣੀ ਮਿੱਟੀ ਨਾਲ ਜਿਹੜਾ ਮੋਹ ਸੀ ਉਹ ਵੀ ਬੜੇ ਬੁਰੇ ਤਰੀਕੇ ਨਾਲ ਸਾਡੇ ਸਾਹਮਣੇ ਆਇਆ। ਇਹਨਾਂ ਨੇ ਕੁਝ ਗੱਲਾਂ ਦਾ ਜ਼ਿਕਰ ਕੀਤਾ। ਇਹਦੇ ਵਿੱਚ ਇੱਕ ਬਾਲੀਵੁੱਡ ਦੇ ਸਟਾਰ ਸੋਨੂ ਸੂਦ ਦਾ ਵੀ ਬੜਾ ਲੰਬਾ ਚੌੜਾ ਜ਼ਿਕਰ ਰਿਹਾ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਘਰ ਘਰ ਪਹੁੰਚਣ ਵਿੱਚ ਮਦਦ ਕੀਤੀ। ਤੇ ਇੱਕ ਇਹੋ ਜਿਹਾ ਸਮਾਂ ਸੀ ਜਿਹਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਸਾਡੀ ਕਿਸੇ ਸਾਇੰਸ ਫਿਕਸ਼ਨ ਦੇ ਵਿੱਚ, ਕਿਸੇ ਹਾਲੀਵੁੱਡ ਦੀ ਫਿਲਮ ਦੇ ਵਿੱਚ, ਕਿਸੇ ਵੀ ਇਹੋ ਜਿਹੀ ਕਹਾਣੀ ਦੇ ਵਿੱਚ, ਕਿਸੇ ਨਾਵਲ ਦੇ ਵਿੱਚ ਇਹੋ ਜਿਹੀਆਂ ਗੱਲਾਂ ਦਾ ਜ਼ਿਕਰ ਨਹੀਂ ਸੀਗਾ ਕਿ ਸਮਾਂ ਕਦੀ ਇੱਦਾਂ ਵੀ ਆਏਗਾ ਕਿ ਸਾਰੀ ਦੀ ਸਾਰੀ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਖੜੀ ਹੋ ਜਾਏਗੀ। ਅੱਜ ਹੀ ਮੈਂ ਇੱਕ ਸੁਰਖੀ ਦੇਖਦਾ ਸੀ ਤੇ ਉਹ 'ਚ ਲਿਖਿਆ ਸੀਗਾ ਕਿ ਅਪਰੋਕਸੀਮੇਟਲੀ ਅੰਦਾਜ਼ਨ 60 ਲੱਖ ਕਰੋੜ ਦਾ ਜਿਹੜਾ ਨੁਕਸਾਨ ਆ ਹਿੰਦੁਸਤਾਨ ਦੀ ਅਰਥ ਵਿਵਸਥਾ ਦਾ ਹੀ ਆ। ਇੰਨੇ ਜਿਹੜੀ ਚੀਜ਼ਾਂ ਆ ਉਹ ਜਿਹੜੀਆਂ ਇੰਨੀ ਜ਼ਿੰਦਗੀ ਨੂੰ ਬ੍ਰੇਕ ਲੱਗੀ ਸੀ। ਇਕੱਲੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਬ੍ਰੇਕ ਲੱਗੀ ਸੀ। ਤੇ ਇਸ ਗੱਲ ਨੇ, ਜਿੱਦਾਂ ਸ਼ੇਰਗਿੱਲ ਜੀ ਨੇ ਦੱਸਿਆ, ਕਿ ਕੁਝ ਚੰਗੇ ਪੱਖ ਵੀ ਸਾਹਮਣੇ ਲੈ ਕੇ ਆਉਂਦੇ। ਸਰਕਾਰਾਂ ਨੇ ਕੁਝ ਆਪਣਾ ਕੀਤਾ, ਜੋ ਸਾਡੀਆਂ ਜਥੇਬੰਦੀਆਂ ਸੀਗੀਆਂ, ਜੋ ਜਿਹੜੇ ਲੋਕ ਕੁਝ ਮਾਨਵਤਾ ਨਾਲ ਜੁੜੇ ਹੋਏ ਲੋਕ ਸੀ, ਜਿਹੜੇ ਸੰਗਠਨ ਬਣੇ ਹੋਏ ਸੀ, ਜਿੱਦਾਂ ਖਾਲਸਾ ਏਡ ਜਾਂ ਕੁਝ ਬਹੁਤ ਸਾਰੇ ਹੋਰ ਲੋਕ, ਬਹੁਤ ਸਾਰੇ ਲੋਕਾਂ ਨੇ ਆਪਣੇ ਤੌਰ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਹੁਤ ਚੀਜ਼ਾਂ ਚੰਗੀਆਂ ਵੀ ਹੋਈਆਂ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗੀ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਜੇ ਕੋਈ ਚੀਜ਼ ਆ ਤੇ ਉਹ ਤੰਦਰੁਸਤੀ ਆ। ਜਿਹੜੀ ਸਾਡੀ ਦੌੜ ਆ ਉਹ ਬਹੁਤ ਜ਼ਿਆਦਾ ਬੇਅਰਥ ਦੀ ਆ। ਭਾਵੇਂ ਅਸੀਂ ਉਹਦੇ ਤੋਂ ਬਹੁਤ ਲੰਬਾ ਚਿਰ ਉਹ ਜਿਹੜੀ ਸਿੱਖਿਆ ਉਹਨੂੰ ਨਹੀਂ ਰੱਖ ਸਕਾਂਗੇ, ਪਰ ਇਹ ਗੱਲ ਦਿਮਾਗ ਦੇ ਵਿੱਚ ਰਹੂਗੀ ਕਿ ਸਭ ਤੋਂ ਜ਼ਰੂਰੀ ਜਿਹੜੀ ਆ ਉਹ ਫੂਡ ਆ, ਭੋਜਨ ਦੀ ਲੋੜ ਆ। ਉਸ ਸਮੇਂ ਦੇ ਵਿੱਚ, ਉਸ ਦੌਰ ਦੇ ਵਿੱਚ ਕਿਸੇ ਨੇ ਵੀ ਕਾਰਾਂ ਦੀ, ਕੰਪਿਊਟਰਾਂ ਦੀ, ਮੋਬਾਈਲਾਂ ਦੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਡਿਮਾਂਡ ਬਹੁਤ ਦਿਨਾਂ ਤੱਕ ਜਿਹੜੀ ਆ ਰੁਕੀ ਰਹੀ। ਫੈਸ਼ਨ ਦੀ, ਕੱਪੜੇ ਦੀ, ਤੁਹਾਡੇ ਟੈਲੀਵਿਜ਼ਨ ਦੀ, ਫਿਲਮਾਂ ਦੀ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕਦਮ ਉਹਨਾਂ ਨੂੰ ਬ੍ਰੇਕ ਲੱਗ ਗਈ ਸੀ। ਸਰਕਾਰਾਂ ਦਾ ਵੀ ਸਭ ਤੋਂ ਵੱਡਾ ਜਿਹੜਾ ਉਸ ਵੇਲੇ ਦਾ ਸੀਗੀ ਉਹਨਾਂ ਦੇ ਸਾਹਮਣੇ ਮੁਸੀਬਤ ਇਹੀ ਸੀ ਕਿ ਹਰ ਬੰਦੇ ਨੂੰ ਰੋਟੀ ਜਿਹੜੀ ਆ ਉਹ ਮਿਲਦੀ ਰਹੇ। ਤੇ ਇੱਕ ਚੰਗੀ ਗੱਲ ਅਸੀਂ ਉਦੋਂ ਇਹ ਵੀ ਦੇਖੀ ਸੀ ਕਿ ਜਿਹੜਾ ਸਮਾਂ ਜਦੋਂ ਰੁਕ ਜਾਂਦਾ ਆ, ਜਦੋਂ ਸਾਡੀ ਜਿਹੜੀ ਟਰਾਂਸਪੋਰਟੇਸ਼ਨ ਚੀਜ਼ਾਂ ਇਹ ਰੁਕਦੀਆਂ ਆ,
ਤੇ ਵਾਤਾਵਰਣ ਨੂੰ, ਕੁਦਰਤ ਨੂੰ ਉਹਦੇ ਤੋਂ ਬਹੁਤ ਚੰਗਾ ਜਿਹੜਾ ਆ ਉਹ ਪ੍ਰਭਾਵ ਦੇਖਣ ਨੂੰ ਮਿਲਦੇ ਆ। ਤੇ ਅਸੀਂ ਦੇਖਿਆ ਸੀ ਕਿ ਸਾਡੇ ਇੱਥੋਂ ਹੀ ਅਸੀਂ ਦੂਰ ਦੇ ਸ਼ਹਿਰਾਂ ਨੂੰ ਦੇਖਦੇ ਸੀ ਤੇ ਬਹੁਤ ਸਾਰੀਆਂ ਫੋਟੋਗ੍ਰਾਫਸ ਅਸੀਂ ਇਹੋ ਜਿਹੀਆਂ ਦੇਖੀਆਂ ਕਿ ਸਾਨੂੰ ਹਿਮਾਲਿਆ ਨਜ਼ਰ ਆ ਰਿਹਾ ਸੀ ਜਾਂ ਸਾਡੇ ਆਲੇ ਦੁਆਲੇ ਦੀਆਂ ਪਹਾੜੀਆਂ, ਹਿਮਾਚਲ ਰੇਂਜ ਦੀਆਂ ਜਿਹੜੀਆਂ ਸੀਗੀਆਂ ਉਹ ਨਜ਼ਰ ਆ ਰਹੀਆਂ ਸੀ। ਤੇ ਬੱਚਿਆਂ ਦਾ ਇਹਦੇ 'ਚ ਬਹੁਤ ਸਾਰਾ ਨੁਕਸਾਨ ਵੀ ਹੋਇਆ ਪੜ੍ਹਾਈ ਦਾ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੇ ਸਿੱਖੀਆਂ ਵੀ ਆ ਕਿ ਫੈਮਿਲੀ ਦੇ ਵਿੱਚ ਕਿਵੇਂ ਰਹਿਣਾ ਆ, ਕਿਵੇਂ ਸਾਨੂੰ ਘਰ ਦਾ ਕੰਮ ਕਰਨ ਦੀ ਜਿਹੜੀ ਮੁਹਾਰਤ ਹਾਸਲ ਕਰਨੀ ਪੈਣੀ ਆ। ਤੇ ਜਦੋਂ ਫਿਰ ਅਸੀਂ ਦੇਖਿਆ ਕਿ ਸਾਡੇ ਮੁਲਕ ਦੇ ਵਿੱਚ ਵੈਂਟੀਲੇਟਰਸ ਦੇ ਉੱਤੇ ਬੜਾ ਕ੍ਰਾਈਸਿਸ ਰਿਹਾ ਤੇ ਬਹੁਤ ਸਾਰੇ ਜਿਹੜੇ ਸਾਡੇ ਫਿਰ ਸਿੱਖਿਆਰਥੀ ਸੀਗੇ ਜਾਂ ਰਿਸਰਚਰ ਸੀਗੇ ਉਹਨਾਂ ਨੇ ਇਹਦੇ ਆਲਟਰਨੇਟ ਬਣਾਉਣ ਦੀ ਕੋਸ਼ਿਸ਼ ਕੀਤੀ, ਇਹਨੂੰ ਸੌਖੇ ਢੰਗ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ। ਮੁਲਕ ਵੀ ਇੱਕ ਦੂਸਰੇ ਤੋਂ ਦੂਰ ਵੀ ਹੋਏ ਤੇ ਨੇੜੇ ਵੀ ਹੋਏ। ਦੂਰ ਇਸ ਢੰਗ ਨਾਲ ਹੋਏ ਕਿ ਫਲਾਈਟਸ ਜਿਹੜੀਆਂ ਸੀ ਬੰਦ ਹੋ ਗਈਆਂ ਤੇ ਨੇੜੇ ਇਸ ਢੰਗ ਨਾਲ ਹੋਏ ਕਿ ਇੱਕ ਦੂਜੇ ਦੀ ਮਦਦ ਕਰਨ ਲਈ ਹਰ ਬੰਦਾ ਤਿਆਰ ਸੀ। ਅੱਜ ਅਸੀਂ ਹਿੰਦੁਸਤਾਨ ਦੀ ਹੀ ਗੱਲ ਕਰੀਏ ਤੇ ਅਸੀਂ 80 ਦੇ ਨੇੜੇ ਤੇੜੇ ਦੇਸ਼ਾਂ ਨੂੰ ਆਪਣੀਆਂ ਜਿਹੜੀਆਂ ਦਵਾਈਆਂ ਆ ਉਹ ਭੇਜ ਰਹੇ ਹਾਂ। ਹਿੰਦੁਸਤਾਨ ਦਾ ਉਸ ਵੇਲੇ ਅਮਰੀਕਾ ਨਾਲ ਉਸ ਦਵਾਈ ਨੂੰ ਲੈ ਕੇ ਕਾਫੀ ਥੋੜ੍ਹੇ ਦਿਨ ਲਈ ਰੇੜਕਾ ਬਣਿਆ, ਫਿਰ ਦੂਸਰੇ ਦਿਨ ਹੀ ਦਵਾਈ ਭੇਜ ਦਿੱਤੀ ਗਈ। ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਆ ਜਿਨ੍ਹਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ, ਜਿਨ੍ਹਾਂ 'ਤੇ ਅਸੀਂ ਬੜੇ ਤਫਸੀਲ ਨਾਲ ਗੱਲ ਕਰ ਸਕਦੇ ਹਾਂ। ਪਰ ਮੂਲ ਰੂਪ ਦੇ ਵਿੱਚ ਗੱਲ ਇਹ ਸੀ ਕਿ ਜਿੰਨਾ ਕੁ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਸੀ, ਜਿੰਨੀ ਕੁ ਸਾਨੂੰ ਸਮੱਸਿਆ ਅਸੀਂ ਕੁਦਰਤ ਲਈ ਪੇਸ਼ ਕਰਦੇ ਸੀ, ਤੇ ਜਦੋਂ ਉਹ ਇੱਕ ਅਦ੍ਰਿਸ਼ ਬਿਮਾਰੀ, ਉਸ ਵਾਇਰਸ ਦੀ ਜੇ ਅਸੀਂ ਗੱਲ ਕਰੀਏ ਤੇ ਉਹਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਤੇ ਉਹਦੀ ਨਾਂ ਤੇ ਅਸੀਂ ਉਹਦੀ ਬਣਾਵਟ ਬਾਰੇ ਕੁਝ ਬਹੁਤ ਸਾਰਾ ਦੱਸ ਸਕਦੇ ਹਾਂ, ਸਿਰਫ ਰਿਸਰਚਰ ਹੀ ਦੱਸ ਸਕਦੇ ਆ। ਤੇ ਇੱਕ ਬਹੁਤ ਛੋਟੀ ਜਿਹੀ ਕੁਦਰਤ ਦੀ ਜਿਹੜੀ ਕਰਾਮਾਤ ਸੀ ਉਹਦੇ ਨਾਲ ਸਾਰੀ ਦੁਨੀਆ ਨੂੰ ਉਹਨੇ ਰੋਕ ਦਿੱਤਾ ਸੀ। ਸਾਨੂੰ ਇਸ ਗੱਲ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਕਿ ਜਿਹੜੀ ਜ਼ਿੰਦਗੀ ਆ ਉਹਦੀ ਦੌੜ ਅਸੀਂ ਕਿਵੇਂ ਦੀ ਲਾਉਣੀ ਆ ਤੇ ਕਿਵੇਂ ਦੀ ਨਹੀਂ ਲਾਉਣੀ। ਸੋ 1 ਸਾਲ ਬੀਤ ਗਿਆ ਆ, ਬੰਦੇ ਤੋਂ ਬੰਦੇ ਦੀ ਦੂਰੀ, ਜਿਹਨੂੰ ਅਸੀਂ ਫਿਰ ਬਾਅਦ 'ਚ ਫਿਜ਼ੀਕਲ ਸੋਸ਼ਲ ਡਿਸਟੈਂਸਿੰਗ ਕਹਿਣ ਲੱਗ ਗਏ, ਸਹੀ ਸ਼ਬਦ ਉਹਦਾ ਫਿਜ਼ੀਕਲ ਡਿਸਟੈਂਸ ਸੀ। ਬੰਦੇ ਤੋਂ ਬੰਦੇ ਦਾ ਦੂਰ ਰਹਿਣਾ ਸੀ। ਸਮਾਜਿਕ ਤੌਰ 'ਤੇ ਅਸੀਂ ਜ਼ਿਆਦਾ ਨੇੜੇ ਹੋਏ ਸੀ, ਪਰ ਫਿਜ਼ੀਕਲ ਤੌਰ 'ਤੇ ਸਾਡਾ ਦੂਰ ਰਹਿਣਾ ਜ਼ਰੂਰੀ ਸੀ। ਫਿਰ ਸਾਨੂੰ ਸਫਾਈ ਦੀਆਂ ਗੱਲਾਂ ਦੇ ਵਿੱਚ ਸਮਝ ਲੱਗੀ ਕਿ ਸਫਾਈ ਜਿਹੜੀ ਆ ਕਿੰਨੀ ਦੂਰ ਆ। ਉਸ ਤੋਂ ਪਹਿਲਾਂ ਅਸੀਂ ਉਸ ਮਾਸਕ ਜਿਹਨੇ ਕਿਤੇ ਲਾਇਆ ਹੁੰਦਾ ਸੀ ਤੇ ਸਾਨੂੰ ਇਹ ਲੱਗਦਾ ਸੀ ਜਾਂ ਤਾਂ ਇਹਨੇ ਕੋਈ ਗੁਰਦਿਆਂ ਨਾਲ ਸੰਬੰਧਿਤ ਬਿਮਾਰੀ ਦਾ ਇਲਾਜ ਕਰਵਾਇਆ ਹੈ ਤੇ ਜਾਂ ਫਿਰ ਇਹ ਹੈਲਥ ਡਿਪਾਰਟਮੈਂਟ ਤੋਂ ਹੋਵੇਗਾ। ਤੇ ਅੱਜ ਉਹ ਹਰ ਬੰਦਾ ਹੀ ਉਸ ਮਾਸਕ ਨੂੰ ਲਾ ਕੇ ਘੁੰਮ ਰਿਹਾ। ਤੇ ਉਸ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਦਾ ਸਾਡੇ ਸਾਹਮਣੇ ਆਇਆ ਕਿ ਜਦੋਂ ਸਾਨੂੰ ਕੋਈ ਹੋਰ ਪ੍ਰੋਬਲਮਸ ਹੁੰਦੀਆਂ ਨੇ, ਬਿਮਾਰੀ ਹੁੰਦੀ ਆ, ਤੇ ਸਾਨੂੰ ਆਪਣੇ ਆਪ ਦਾ ਜਿਹੜਾ ਖਿਆਲ ਆ ਉਹ ਵੱਖਰੇ ਤਰੀਕੇ ਨਾਲ ਰੱਖਣਾ ਪੈਂਦਾ। ਉਮਰ ਦਰਾਜ਼ ਬੰਦਿਆਂ ਨੂੰ ਇਸ ਤੋਂ ਹੋਰ ਵੀ ਜ਼ਿਆਦਾ ਸਮੱਸਿਆਵਾਂ ਰਹੀਆਂ। ਫਿਰ ਮੁਲਕਾਂ ਦੇ ਜਦੋਂ ਚਾਈਨਾ ਦੇ ਵਿੱਚ ਸ਼ੁਰੂਆਤ ਹੋਈ ਸੀ ਤੇ ਉਹਨਾਂ ਦੀ ਜਿਹੜੀ ਇਹਨੂੰ ਨਜਿੱਠਣ ਦੀ ਪਾਲਿਸੀ ਸੀ ਉਹਦੀ ਵੀ ਬੜੀ ਚਰਚਾ ਹੋਈ। ਬਾਅਦ ਵਿੱਚ ਉੱਥੇ ਟੀਮ ਗਈ, ਉਹਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਉਹਨਾਂ ਨੂੰ ਕਰੋਨਾ ਪੋਜ਼ਿਟਿਵ ਦਿਖਾ ਦਿੱਤਾ ਗਿਆ ਤੇ ਉਹ ਜਿਹੜੀ ਰਿਸਰਚ, ਉਹ ਜਿਹੜੀ ਸਾਰੀ ਜਾਂਚ ਆ ਉਹ ਹਾਲੇ ਵੀ ਖਟਾਈ 'ਚ ਪਈ ਹੋਈ ਹੈ। ਸੋ ਬਹੁਤ ਲੰਬਾ ਚੌੜਾ 1 ਸਾਲ ਰਿਹਾ ਤੇ ਉਸ ਸਾਲ ਦੇ ਵਿੱਚ ਹੀ ਫਿਰ ਜਦੋਂ ਸਰਕਾਰ ਨੇ, ਜਦੋਂ ਅਸੀਂ ਪਹਿਲਾਂ ਵੀ ਬਹੁਤ ਸਾਰੀ ਅਕਸਰ ਇਹ ਗੱਲ ਕਰਦੇ ਹਾਂ ਕਿ ਜਿਹੜੀ ਰਾਜਨੀਤੀ ਆ ਉਹ ਤੁਹਾਨੂੰ ਹਰ ਚੀਜ਼ ਦੇ ਵਿੱਚੋਂ ਲੱਭ ਪੈਂਦੀ ਹੈ। ਇਹਦੇ 'ਤੇ ਬਹੁਤ ਸਾਰੀ ਰਾਜਨੀਤੀ ਹੋਈ। ਪੰਜਾਬ ਸਰਕਾਰ ਵੱਲੋਂ ਜਿਹੜੇ ਰਾਸ਼ਨ ਦੇ ਪੈਕਟ ਵੰਡਣੇ ਸੀ ਉਹਦੇ 'ਤੇ ਸਰਕਾਰ ਦੀਆਂ ਫੋਟੋਆਂ ਲੱਗਣੀਆਂ ਨਜ਼ਰ ਆਈਆਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਪਸ਼ਟੀਕਰਨ ਦਿੱਤੇ। ਕਰਦਿਆਂ ਕਰਾਉਂਦਿਆਂ ਜੂਨ ਦਾ ਟਾਈਮ ਆਇਆ ਤੇ ਫਿਰ ਕਾਨੂੰਨ ਜਿਹੜੇ ਸੀ ਆ ਬਿੱਲ ਪੇਸ਼ ਹੋ ਗਏ। ਤੇ ਸਮਾਂ ਇੱਕ ਇਹੋ ਜਿਹਾ ਵੀ ਆਇਆ ਜਦੋਂ ਕਰੋਨਾ ਨਾਲੋਂ ਵੀ ਵੱਡੀ ਗੱਲ ਸਾਨੂੰ ਕਿਸਾਨ ਅੰਦੋਲਨ ਲੱਗਣ ਲੱਗੀ। ਸ਼ੇਰਗਿੱਲ ਸਾਹਿਬ, ਜੇ ਕਰੋਨਾ ਕਾਲ ਦੀ ਗੱਲ ਕਰੀਏ ਤੇ ਪਹਿਲਾਂ ਤੇ ਫੈਕਟਰੀਆਂ ਨੇ ਕਾਮਿਆਂ ਨੂੰ ਘਰੋਂ ਬੁਲਾ ਲਿਆ ਤੇ ਉਸ ਤੋਂ ਬਾਅਦ ਸੁਣਿਆ ਵੀ ਕਾਮਿਆਂ ਨੇ ਉਹਨਾਂ ਤੇ ਹੁਣ ਕੇਸ ਕਰਤਾ ਜਾਂ ਸ਼ਿਕਾਇਤ ਕੀਤੀ ਹੈ, ਤੇ ਕੀ ਮਾਮਲਾ ਆ ਪੂਰਾ? ਇਹ ਵੀ ਮਨੁੱਖਤਾ ਦਾ ਇੱਕ ਕਰੂਪ ਚਿਹਰਾ ਹੀ ਕਵਾਂਗੇ ਜੀ। ਜਦੋਂ ਤੋਂ ਆਪ ਨੂੰ ਲੋੜ ਸੀਗੀ ਉਦੋਂ ਹਜ਼ਾਰਾਂ ਮੀਲ ਦੂਰ ਚੱਲ ਗਏ ਮਜ਼ਦੂਰਾਂ ਨੂੰ ਵਾਪਸ ਬੁਲਾਉਣਾ ਤੇ ਆਪਣਾ ਕੰਮ ਚਲਾਉਣਾ। ਜਿਹੜਾ ਕਾਰੋਬਾਰ ਠੱਪ ਹੋਇਆ ਸੀ ਦੁਬਾਰਾ ਉਹਨੂੰ ਪੈਰਾਂ ਤੇ ਲਿਆਉਣ ਲਈ ਮਜ਼ਦੂਰਾਂ ਦੀ ਲੋੜ ਪਈ ਤਾਂ ਉਹਨਾਂ ਨੂੰ ਫਿਰ ਉਦੋਂ ਮਹਿੰਗੀਆਂ ਜਹਾਜ਼ ਦੀਆਂ ਟਿਕਟਾਂ ਲੈ ਕੇ ਵੀ ਬੁਲਾ ਲਿਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਵੀ ਇਹ ਫ੍ਰੀ ਆਫ ਕਾਸਟ ਹੈ, ਤੁਹਾਡੇ ਤੋਂ ਕੋਈ ਪੈਸਾ ਨਾ ਲਿਆ ਜਾਊਗਾ, ਤੁਸੀਂ ਸਾਡਾ ਆ ਕੇ ਕੰਮ ਸ਼ੁਰੂ ਕਰੋ। ਕੰਮ ਸ਼ੁਰੂ ਹੋ ਗਿਆ ਤੇ ਆਪਣੇ ਆਪ ਸਹੀ ਹੋ ਜਾਣਾ ਜੀ। ਪਰ ਜਦੋਂ ਕਰੂਪ ਚਿਹਰਾ ਗੱਲ ਆਉਂਦੀ ਹੈ ਤਾਂ ਫਿਰ ਉੱਥੇ ਇਹੋ ਜਿਹੇ ਮਨੁੱਖ ਵੀ ਬੈਠੇ ਆ ਜਿਹੜੇ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਭਾਲਦੇ ਆ। ਤੇ ਹੁਣ ਇਹ ਗੱਲ ਸਾਹਮਣੇ ਆਈ ਆ ਬਈ ਝਾਰਖੰਡ ਤੋਂ ਜਿਹੜੇ ਆਏ ਸੀ ਮਜ਼ਦੂਰ, ਉਹ ਮੁੰਬਈ, ਬੰਗਲੌਰ, ਚੇਨਈ ਵਰਗਿਆਂ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਆ ਤੇ ਉਹਨਾਂ ਤੋਂ ਹੁਣ ਉਸ ਜਹਾਜ਼ ਦੇ ਕਿਰਾਏ ਦਾ ਜਿਹੜਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਆ, ਉਹ ਵੀ ਕਿਸ਼ਤਾਂ ਦੇ ਰੂਪ ਦੇ ਵਿੱਚ। ਜਿਹਦੀ ਤਨਖਾਹ 12,000 ਜਾਂ 10,000 ਹੀ ਆ, ਉਹਦੀ ਤਨਖਾਹ ਦੇ ਵਿੱਚੋਂ ਅਗਲਾ 4,000 ਕੱਟ ਲੂਗਾ ਕਿਸ਼ਤ ਚੋਂ, ਬਚਿਆ ਕੀ ਤੇ ਉਹਦੇ ਪੱਲੇ ਕੀ ਪੈਣਾ। ਇਸ ਪ੍ਰਤੀ ਸਰਕਾਰ ਨੂੰ ਜਾਗਰੂਕ ਹੋਣਾ ਪਊਗਾ। ਇਹਦੇ ਬਾਰੇ ਸਖਤ ਤੋਂ ਸਖਤ ਕਾਰਵਾਈ ਵੀ ਕਰਨੀ ਪਊਗੀ ਵੀ ਜਿਹੜਾ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਉਹ ਤੋਂ ਮੁੱਕਰ ਕੇ, ਉਹ ਵੀ ਇਸ ਦੌਰ ਦੇ ਵਿੱਚ ਜਦੋਂ ਮਜ਼ਦੂਰ ਜਿਹੜੇ ਆ ਉਹ ਆਪ ਝੰਬੇ ਹੋਏ ਸੀਗੇ। ਮੈਂ ਇਹਦੇ ਨਾਲ ਇੱਕ ਮਨੁੱਖਤਾ ਦਾ ਜਿਹੜਾ ਚਿਹਰਾ ਸ਼ਰਮਾ ਜੀ ਨੇ ਗੱਲ ਕੀਤੀ ਹੈ ਸੋਨੂ ਸੂਦ ਬਾਰੇ, ਉਹਦਾ ਵੀ ਆਪਾਂ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਸੀਗਾ ਵੀ ਉਹ ਬੰਦਾ ਜਿਹੜਾ ਰੱਬ ਬਣ ਕੇ ਜ਼ਰੂਰ ਬੌੜਿਆ ਸੀਗਾ ਮਜ਼ਦੂਰਾਂ ਲਈ, ਕੇਵਲ ਦੇਸ਼ ਵਿੱਚ ਹੀ ਨਹੀਂ, ਉਹ ਵਿਦੇਸ਼ਾਂ 'ਚ ਵੀ ਜਿਹੜੇ ਆਪਣੇ ਵਿਦਿਆਰਥੀ ਫਸੇ ਸੀਗੇ ਜਾਂ ਕੋਈ ਇਹੋ ਜਿਹੇ ਕਾਮੇ ਸੀਗੇ ਜਿਹੜੇ ਵਾਪਸ ਆਉਣਾ ਚਾਹੁੰਦੇ ਸੀ, ਜਿਨ੍ਹਾਂ ਕੋਲ ਉੱਥੇ ਰਹਿਣ ਦਾ ਵੀਜ਼ਾ ਖਤਮ ਹੋ ਚੁੱਕਾ ਸੀ, ਉਹਨਾਂ ਨੂੰ ਵੀ ਉਹਨੇ ਜਹਾਜ਼ ਦਾ ਫ੍ਰੀ
ਟਿਕਟਾਂ ਲੈ ਕੇ ਮੰਗਾਇਆ ਔਰ ਉਹ ਇੰਨੀ ਕੁ ਉਹਦੀ ਮਤਲਬ ਵਾਹ ਹੋਈ ਆ ਵੀ ਲੋਕਾਂ ਨੇ ਜਿਹੜੇ ਮਜ਼ਦੂਰ ਇੱਥੋਂ ਕਿਤੇ ਹੋਰ ਗਏ ਵੀ ਆ ਸਟੇਟਾਂ 'ਚ, ਉਹਨਾਂ ਨੇ ਉੱਥੇ ਜਾ ਕੇ ਆਪਣੇ ਘਰਾਂ ਦੇ ਵਿੱਚ ਉਹਦੀ ਤਸਵੀਰ ਲਾ ਕੇ ਉਹਦੀ ਪੂਜਾ ਕਰਨੀ ਸ਼ੁਰੂ ਕਰਤੀ ਵੀ ਸਾਡੇ ਲਈ ਤਾਂ ਇਹ ਰੱਬ ਆ। ਕਈ ਔਰਤਾਂ ਸੀਗੀਆਂ, ਬੱਚੇ ਛੋਟੇ ਛੋਟੇ ਸੀਗੇ, ਉਹਨਾਂ ਸਾਰਿਆਂ ਦਾ ਜਿਸ ਤਰੀਕੇ ਨਾਲ ਸਿਸਟਮੈਟਿਕ ਢੰਗ ਨਾਲ ਉਹਨੇ ਪ੍ਰਬੰਧ ਕਰਕੇ ਔਰ ਪੂਰਾ ਫੋਲੋ ਕਰਕੇ ਧੁਰ ਤੱਕ ਜਿੰਨਾ ਚਿਰ ਬੰਦਾ ਪਹੁੰਚਦਾ ਨਹੀਂ ਸੀਗਾ, ਇਹ ਵੀ ਆਪਣੇ ਆਪ 'ਚ ਇੱਕ ਮਿਸਾਲ ਸੀ। ਨਹੀਂ ਤਾਂ ਇੰਨਾ ਕੁਝ ਕਰਦਾ ਨਹੀਂ। ਇੱਕ ਵਾਰੀ ਬੱਸੇ ਚੜ੍ਹ ਗਿਆ, ਹਾਂ ਵੀ ਚੜ੍ਹ ਗਿਆ, ਮੁੜ ਕੇ ਪੁੱਛਦਾ ਨਹੀਂ ਸੀ ਕੋਈ ਵੀ ਤੂੰ ਪਹੁੰਚਿਆ ਕਿ ਨਹੀਂ ਪਹੁੰਚਿਆ। ਪਰ ਉਸ ਬੰਦੇ ਨੇ ਇਸ ਗੱਲ ਦੀ ਪੂਰੀ ਪੈਰਵਾਈ ਕੀਤੀ ਔਰ ਉਹ ਖੁਦ ਦੱਸਦਾ ਸੀਗਾ ਮੈਂ 6 ਮਹੀਨੇ ਆਪਣੇ ਘਰ ਆਪਣੇ ਪਰਿਵਾਰ ਤੋਂ ਦੂਰ ਰਿਹਾ। ਇਹ ਵੀ ਬਹੁਤ ਵੱਡੀ ਗੱਲ ਆ। ਹੁਣ ਗੱਲ ਆ ਜਾਂਦੀ ਆ ਵੀ 1 ਸਾਲ ਬਾਅਦ ਦੇਖੋ ਗੱਲ ਸ਼ੁਰੂ ਹੋਈ ਸੀਗੀ ਜਨਤਾ ਕਰਫਿਊ, ਫਿਰ 3-4 ਦੌਰ ਦਾ ਲੋਕਡਾਊਨ, ਫਿਰ ਅਨਲੌਕ ਦੀ ਪ੍ਰਕਿਰਿਆ ਜਿਹੜੀ 8-9-10 ਦੌਰ ਵਿੱਚ ਚੱਲੀ ਆ। ਉਸ ਤੋਂ ਬਾਅਦ ਆ ਕੇ ਹੁਣ ਖੜ ਗਈ ਆ ਵੈਕਸੀਨੇਸ਼ਨ ਤੇ। ਸਾਡੇ ਵਿਗਿਆਨੀਆਂ ਨੇ ਪੂਰਾ ਹੀ ਜ਼ੋਰ ਲਾਤਾ ਕਿ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਬੇਸ਼ੱਕ ਰੂਸ ਨੇ ਵੀ ਬਣਾ ਲਈ ਸੀਗੀ, ਪਰ ਕਾਰਗਰ ਜਿਹੜੀ ਸਾਬਤ ਕਰਨ ਵਾਲੀ ਸੀ ਉਹ ਭਾਰਤ ਦੀਆਂ ਵੈਕਸੀਨ 'ਚ 2 ਆ, ਕੋਵਿਸ਼ੀਲਡ ਤੇ ਕੋਵੈਕਸੀਨ। ਇਹ ਆਪਣਾ ਇੱਕ ਮਾਰਕਾ ਮਾਰਿਆ ਸੀ ਦੇਸ਼ ਦੀ, ਪੂਰੀ ਦੁਨੀਆ ਦੇ ਵਿੱਚ ਚਰਚਾ ਵੀ ਹੋਈ ਸੀ। ਅਮਰੀਕਾ ਨੇ ਵੀ ਇਸ ਗੱਲ ਨੂੰ ਮੰਨਿਆ ਸੀਗਾ ਵੀ ਅਸੀਂ ਪੂਰਾ ਜ਼ੋਰ ਲੱਗ ਗਿਆ ਸੀ ਵੀ ਪਹਿਲਾਂ ਅਸੀਂ ਵੈਕਸੀਨ ਕੱਢਾਂਗੇ, ਪਰ ਇਹ ਦੇਸ਼ ਭਾਰਤ ਜਿਹੜਾ ਇਹ ਨੰਬਰ ਲੈ ਗਿਆ। ਪਰ ਅਗਲੀ ਗੱਲ ਇਹ ਵੀ ਸੀਗਾ ਵੀ WHO ਵੀ ਇਸ ਗੱਲ ਨੂੰ ਮੰਨਦਾ ਸੀਗਾ ਵੀ ਜੇ ਕਰੋਨਾ ਦਾ ਕਿਸੇ ਨੇ ਮੂੰਹ ਮੋੜਨਾ ਤਾਂ ਉਹ ਕੇਵਲ ਤੇ ਕੇਵਲ ਭਾਰਤ ਆ। ਇੱਥੇ ਬੰਦੇ ਜਿਹੜੇ ਦ੍ਰਿੜ ਇਰਾਦੇ ਵਾਲੇ, ਇੱਛਾ ਸ਼ਕਤੀ ਵਾਲੇ, ਮਜ਼ਬੂਤ ਜਜ਼ਬੇ ਵਾਲੇ ਲੋਕ ਆ, ਜਿਹੜੇ ਵੱਡੀਆਂ ਤੋਂ ਵੱਡੀਆਂ ਆਫਤਾਂ ਨੂੰ ਝੱਲ ਜਾਂਦੇ ਆ। ਤੇ ਕਰੋਨਾ ਕੀ ਆ, ਹੁਣ ਨਵਾਂ ਰੌਲਾ ਜਿਹੜਾ ਪੈ ਰਿਹਾ ਉਹ ਨਵੇਂ ਵੇਰੀਐਂਟ ਦਾ ਆ, ਮਿਊਟੇਸ਼ਨ ਵਾਲੇ ਦਾ, ਜਿਹਨੇ ਹੁਣ ਫਿਰ ਇਹੋ ਜਿਹੀ ਭਿਆਨਕ ਸਥਿਤੀ ਸ਼ੁਰੂ ਕਰ ਦਿੱਤੀ ਹੋਈ। ਬਿਲਕੁਲ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਗਲ ਸਾਹਿਬ, ਅਸੀਂ ਗੱਲ ਕਰ ਰਹੇ ਸੀ ਕਰੋਨਾ ਦੇ ਨਵੇਂ ਸਟ੍ਰੇਨ ਦੀ, ਕੀ ਕਹਿੰਦੇ ਨੇ ਮਾਹਿਰ? ਹੁਣ ਮੈਂ ਗੱਲ ਕਰਦਾ ਪਿਆ ਸੀਗਾ ਵੀ ਉੱਥੋਂ ਕਰੋਨਾ ਤੋਂ ਲੈ ਕੇ ਲੋਕਡਾਊਨ ਤੋਂ ਲੈ ਕੇ ਮੁੜ ਕੇ ਅਨਲੌਕ ਸ਼ੁਰੂ ਹੋਣ ਤੋਂ ਲੈ ਕੇ ਜਿੱਦਾਂ ਜਿੱਦਾਂ ਲੀਹ ਤੇ ਆ ਰਹੀ ਸੀ ਜ਼ਿੰਦਗੀ, ਕਾਰੋਬਾਰ ਸ਼ੁਰੂ ਹੋ ਗਏ ਸੀ, ਸਕੂਲ ਵੀ ਸ਼ੁਰੂ ਹੋ ਗਏ ਸੀਗੇ, ਗਾਹਾਂ ਪੇਪਰ ਹੋਣ ਵਾਲੇ ਆ, 1 ਸਾਲ ਦੀ ਪੂਰੀ ਦੀ ਜਿਹੜੀ ਕਮਾਈ ਹੁੰਦੀ ਆ ਬੱਚਿਆਂ ਦੀ, ਉਹਦਾ ਰਿਜ਼ਲਟ ਆਉਣ ਦਾ ਇੱਕ ਸਮਾਂ ਹੁੰਦਾ ਆ। ਪਰ ਇੱਕ ਵਾਰ ਫੇਰ ਕਰੋਨਾ ਦੇ ਇੱਕ ਛੋਟੇ ਰੂਪ ਨੇ ਕਹਿ ਲਓ, ਪਰ ਹੈ ਭਿਆਨਕ ਰੂਪ ਆ, ਉਹਨੇ ਦਸਤਕ ਦੇਤੀ ਆ ਤੇ ਉਹ ਇਸ ਵੇਲੇ ਤਬਾਹੀ ਲਿਆਉਣ ਦੇ ਕਗਾਰ ਤੇ ਕੰਢੇ ਤੇ ਖੜਾ ਆ, ਜਿਹੜਾ ਕਿ ਬਹੁਤ ਤੇਜ਼ੀ ਨਾਲ ਫੈਲਦਾ ਆ। ਔਰ ਇਹਦੀ ਜਿਹੜੀ ਆ ਮੌਤ ਦਰ ਵੇ ਆ ਉਹ ਵੀ ਮਾਹਰ ਦੱਸਦੇ ਆ ਵੀ ਹਜੇ ਨਹੀਂ ਇੰਨੀ ਹੈਗੀ, ਪਰ ਇਹਦੀ ਮੌਤ ਦਰ ਜ਼ਿਆਦੇ ਆ, ਕਿਉਂਕਿ ਇਹਦੇ ਲੱਛਣ ਹੀ ਵੱਖਰੇ ਤਰ੍ਹਾਂ ਦੇ ਆ। ਗੱਲ ਉੱਥੇ ਆ ਜਾਂਦੀ ਹੈ ਵੀ 1 ਸਾਲ ਬਾਅਦ ਆਪਾਂ ਕੀ ਸਿੱਖਿਆ। ਇਸ ਮਿਊਟੈਂਟ ਜਿਹੜਾ ਵੇਰੀਐਂਟ ਆ, ਜਿਹੜਾ ਡਬਲ ਮਿਊਟੈਂਟ ਵੇਰੀਐਂਟ ਆਇਆ ਆ, ਉਹਨੂੰ ਲਿਆਉਣ ਵਾਲਿਆਂ ਦੇ ਵਿੱਚ ਕੌਣ ਜ਼ਿੰਮੇਵਾਰ ਆ? ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਉਹ ਵੱਖਰੀ ਗੱਲ ਆ। ਲੋਕਾਂ ਦੀ ਆਪਣੀ ਜ਼ਿੰਮੇਵਾਰੀ ਕਿੱਥੇ ਖੜੀ ਆ? ਆਪਾਂ 2-3 ਮਹੀਨੇ ਪਹਿਲਾਂ ਜਦੋਂ ਰਾਹਤ ਮਿਲਣ ਲੱਗ ਪਈ ਸੀਗੀ, ਜਿਹਦੇ ਵਿੱਚ ਆਪਾਂ ਵੈਕਸੀਨ ਦਾ ਜ਼ਿਕਰ ਵੀ ਕੀਤਾ ਵੀ ਵੈਕਸੀਨ ਆ ਗਈ ਤੇ ਲੋਕ ਅਵੇਸਲੇ ਹੋ ਗਏ ਸੀ ਪਹਿਲਾਂ ਵੀ ਹੁਣ ਟੀਕਾ ਆ ਗਿਆ, ਹੁਣ ਤਾਂ ਕਰੋਨਾ ਗਿਆ। ਨੋ ਡਾਊਟ ਕਰੋਨਾ ਨੂੰ ਭਾਰਤ ਵਾਸੀਆਂ ਨੇ ਬੜੇ ਜਜ਼ਬੇ ਨਾਲ, ਦ੍ਰਿੜ ਇਰਾਦੇ ਨਾਲ, ਇੱਛਾ ਸ਼ਕਤੀ ਨਾਲ ਮਾਤ ਪਾਤਾ ਸੀਗਾ। ਹੁਣ ਵੀ ਮੇਰੀ ਪੂਰੀ ਇਹ ਆਸ਼ਾ ਆ, ਮੈਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਭਾਰਤ ਹੀ ਇਹੋ ਜਿਹੇ ਸਟ੍ਰੇਨਾਂ ਨੂੰ ਮੁਕਾਬਲੇ ਨਾਲ ਡਟ ਕੇ ਕਰਕੇ ਇਹਨੂੰ ਢਾਹ ਲਾਊਗਾ, ਇਹਨੂੰ ਮਾਤ ਦਊਗਾ। ਪਰ ਉਹਦੇ ਲਈ ਜਿਹੜੀ ਆਪਾਂ ਸਾਲ ਪਹਿਲਾਂ ਸਥਿਤੀ ਸੀਗੀ ਸਾਨੂੰ, ਉਹਦੇ ਵਿੱਚ ਦੀ ਫੇਰ ਲੰਘਣਾ ਪਊਗਾ। ਇੱਕ ਵਾਰ ਸਾਨੂੰ ਉਹੋ ਜਿਹੀ ਸਥਿਤੀ ਦੇ ਵਿੱਚ ਗਾਈਡਲਾਈਨਾਂ ਦੀ ਪਾਲਣਾ ਕਰਨੀ ਪਊਗੀ, ਨਿਯਮਾਂ ਨੂੰ ਫੋਲੋ ਕਰਨਾ ਪਊਗਾ। ਮਾਸਕ ਜਿਹੜਾ ਪਹਿਨਣਾ, ਜਿਹਨੂੰ ਆਪਾਂ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਚਾਹੀਦਾ, ਹਜੇ ਇਹਦੇ ਤੋਂ ਛੁਟਕਾਰਾ ਨਹੀਂ ਮਿਲਣਾ। ਜੇ ਕਹੀਏ ਵੀ ਹੁਣ ਆਪਾਂ ਇੱਕ ਕਰੋਨਾ ਚਲੇ ਗਿਆ, ਉਹ ਇੱਕ ਪਿਓ ਸੀ ਸਮਝ ਲਓ, ਤੇ ਉਹਨੂੰ ਆਪਾਂ ਮਾਤ ਦੇਤੀ, ਤੇ ਇਹ ਤਾਂ ਛੋਟੇ ਛੋਟੇ ਬੱਚੇ ਆ, ਪਰ ਕਈ ਵਾਰੀ ਬੱਚੇ ਜਿਹੜੇ ਆ ਉਹ ਵੀ ਵਿਕਰਾਲ ਰੂਪ ਧਾਰਨ ਕਰ ਜਾਂਦੇ ਹੁੰਦੇ ਆ। ਤੇ ਇਹਨੂੰ ਵੀ ਉਸੇ ਤਰ੍ਹਾਂ ਡਟ ਕੇ ਮੁਕਾਬਲਾ ਤਾਂ ਹੀ ਸੰਭਵ ਹੋਊਗਾ ਜੇ ਆਪਾਂ ਸਮਾਜਿਕ ਦੂਰੀ ਬਣਾ ਕੇ ਰੱਖਾਂਗੇ। ਇਕੱਠਾਂ 'ਚ ਜਾਣ ਤੋਂ ਪਹਿਲਾਂ ਆਪ ਵੀ ਸੋਚਾਂਗੇ ਤੇ ਅਗਲੇ ਨੂੰ ਵੀ ਸੋਚਣ ਲਈ ਮਜਬੂਰ ਕਰਾਂਗੇ ਵੀ ਭਾਈ ਇੱਥੇ ਨਹੀਂ ਆਉਣਾ, ਆਹ ਚੀਜ਼ ਆ। ਇਹ ਤਰੀਕਾ ਉਦੋਂ ਅਪਣਾਇਆ ਸੀ ਸਾਡੇ ਲੋਕਾਂ ਨੇ ਜਦੋਂ ਆਪਾਂ ਹਰੇਕ ਨੂੰ ਫੋਨ ਕਰਕੇ ਸਵੇਰੇ ਪੁੱਛਦੇ ਸੀ, ਯਾਰ ਜਾਈ ਨਾ ਕਿਤੇ, ਘਰੇ ਬੈਠਾ ਰਹੀ, ਫਲਾਣੇ ਥਾਂ ਤੇ ਇਦਾਂ ਹੋ ਗਿਆ, ਆ ਫਲਾਣੇ ਪਿੰਡ 'ਚ ਆਹ ਗੱਲ ਸੁਣੀ ਆ, ਫਲਾਣੇ ਸ਼ਹਿਰ 'ਚ ਇਦਾਂ ਸੁਣੀ ਆ, ਉੱਥੇ ਜਾਣਾ ਨਹੀਂ। ਆਪਾਂ ਇੱਥੋਂ ਤੱਕ ਕਿ ਪਿੰਡ ਦੀ ਨਾਕਾਬੰਦੀ ਤੱਕ ਹੋਣ ਲੱਗ ਪਈ ਸੀ, ਸ਼ਹਿਰਾਂ ਦੇ ਉੱਤੇ ਨਾਕੇ ਲੱਗਣ ਲੱਗ ਪਏ ਸੀਗੇ। ਪਿੰਡਾਂ ਦੇ ਵਿੱਚ ਨੌਜਵਾਨ ਪੰਚਾਇਤਾਂ ਨੇ ਇਸ ਕਦਰ ਨਾਕੇ ਲਾਤੇ ਸੀ ਵੀ ਕੋਈ ਦੂਜੇ ਪਿੰਡ ਦਾ ਆਵੇ ਹੀ ਨਾ। ਤੇ ਉਹੋ ਜਿਹੀ ਸਥਿਤੀ ਆਪਾਂ ਦੁਬਾਰਾ ਕਿਉਂ ਲਿਆਉਣ ਤੇ ਤੁਲੇ ਹੋਏ ਆ? ਇਹ ਲੋਕਾਂ ਦੀ ਆਪਣੀ ਵੱਡੀ ਜ਼ਿੰਮੇਵਾਰੀ ਬਣਦੀ ਆ ਵੀ ਆਪਾਂ ਉਸੇ ਦੌਰ ਨੂੰ ਯਾਦ ਕਰਕੇ ਵੀ ਆਪਾਂ ਉਹ ਆਰਥਿਕ ਪਾਬੰਦੀਆਂ ਦੁਆਰਾ ਲਾਉਣੀਆਂ, ਕਿ ਉਹ ਕਾਰੋਬਾਰ ਦੁਆਰਾ ਠੱਪ ਕਰਾਉਣੇ ਆ,
ਤੇ ਇਹ ਸਾਰਾ ਆਪਣੇ ਤੇ ਡਿਪੈਂਡ ਆ। ਸਰਕਾਰ ਦਾ ਕੁਝ ਨਹੀਂ ਜਾਣਾ, ਉਹਨੇ ਤਾਂ ਇੱਕ ਮੂੰਹ ਹਿਲਾ ਦੇਣਾ ਜੀ। ਅੱਜ ਤੋਂ ਫੇਰ ਲਾਕਡਾਊਨ ਲੱਗਾ ਜੀ, ਜੀ, ਤੇ ਅਸੀਂ ਘਰਾਂ 'ਚ ਬੰਦ ਹੋ ਜਾਣਾ। ਉੱਥੇ ਹੀ ਬੰਦੇ ਦੀ ਜ਼ਿੰਦਗੀ ਫੇਰ ਮੁੜ ਕੇ ਠਹਿਰ ਜਾਣੀ ਆ, ਫਿਰ ਸੁੱਝਦਾ ਕੁਝ ਨਹੀਂ। ਇਹਦੇ 'ਚ ਵੱਡੀ ਗੱਲ ਇਹ ਆ, ਅਮੀਰ ਬੰਦਾ ਜਿਹੜਾ ਉਹ ਕਹਿੰਦਾ ਵੀ ਕਰੋਨਾ ਨਾ ਹੋਵੇ, ਤੇ ਗਰੀਬ ਬੰਦਾ ਇਹ ਸੋਚਦਾ ਵੀ ਲਾਕਡਾਊਨ ਨਾ ਲੱਗੇ। ਤੇ ਜੇ ਦੋਨਾਂ ਦੀ ਸੋਚ ਬਰਾਬਰ ਰਲ ਜਾਏ ਤਾਂ ਫਿਰ ਸਰਕਾਰ ਵੀ ਲਾਕਡਾਊਨ ਨਹੀਂ ਲਾਵੇਗੀ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੇ ਸਾਡੇ ਨਾਗਰਿਕ ਆ ਉਹ ਜ਼ਿੰਮੇਵਾਰ ਆ, ਆਪਣੀ ਜ਼ਿੰਮੇਵਾਰੀ ਸਮਝਦੇ ਆ। ਇਸ ਕਰਕੇ ਆ ਵੀ ਇਹਨੂੰ ਆਪਾਂ ਜਿਹੜਾ ਨਵਾਂ ਵੇਰੀਐਂਟ ਆ ਇਹਦਾ ਮੁਕਾਬਲਾ ਵੀ ਉਸੇ ਤਰੀਕੇ ਨਾਲ ਕਰਨਾ ਪੈਣਾ ਜਿਸ ਤਰੀਕੇ ਨਾਲ ਆਪਾਂ 1 ਸਾਲ ਤੋਂ ਕਰਦੇ ਆਏ ਆ। ਵੈਕਸੀਨੇਸ਼ਨ ਆ ਗਈ ਆ, ਰਾਹਤ ਵਾਲੀ ਗੱਲ ਆ, ਤੁਰ ਪਿਆ ਕੰਮ। 5 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਆ। ਨਵਾਂ ਦੌਰ ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ, 45 ਸਾਲ ਤੋਂ ਉੱਪਰਲੇ ਉਮਰ ਵਾਲੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ, ਚਾਹੇ ਕਿਸੇ ਨੂੰ ਬਿਮਾਰੀ ਹੈਗੀ ਚਾਹੇ ਨਹੀਂ ਹੈਗੀ ਆ, ਉਹ ਸਾਰਿਆਂ ਨੂੰ ਟੀਕਾ ਲੱਗੂਗਾ। ਇਹਦੇ ਵਿੱਚ ਜਿਹੜੇ ਗੱਲ ਇਹ ਨਹੀਂ ਹੈਗੇ ਵੀ ਤੁਸੀਂ ਵੈਕਸੀਨ ਲਵਾ ਲਿਆ ਤਾਂ ਹੁਣ ਅਵੇਸਲੇ ਹੋ ਜਾਓ, ਪਰ ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਮਾਸਕ ਆ, ਸਮਾਜਿਕ ਦੂਰੀ ਆ ਤੇ ਸੈਨੀਟਾਈਜੇਸ਼ਨ ਆ, ਇਹ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਗਿਆ। ਜਿੰਨੀ ਦੇਰ ਤੱਕ ਆਪਾਂ ਇਹਨੂੰ ਪੂਰੀ ਤਰ੍ਹਾਂ ਮਾਤ ਦੇ ਕੇ ਉੱਥੇ ਨਹੀਂ ਭਜਾਉਂਦੇ ਜਿੱਥੋਂ ਆਇਆ ਸੀਗਾ, ਉਨੀ ਦੇਰ ਤੋਂ ਆਪਾਂ ਇਹਨਾਂ ਤੋਂ ਅਵੇਸਲੇ ਨਹੀਂ ਹੋਣਾ, ਅਣਗਹਿਲੀ ਨਹੀਂ ਕਰਨੀ, ਨਹੀਂ ਤਾਂ ਫਿਰ ਲਾਪਰਵਾਹੀ ਸਾਡੇ ਤੇ ਹੀ ਭਾਰੀ ਪੈ ਗਈ। ਜੀ ਸ਼ਰਮਾ ਜੀ, ਤੁਹਾਡਾ ਲੇਖਾ ਜੋਖਾ ਕੀ ਕਹਿੰਦਾ ਵੀ ਲੋਕ ਸਿਆਣੇ ਹੋਏ ਨੇ 1 ਸਾਲ ਤੋਂ ਬਾਅਦ ਕਿ ਨਹੀਂ? ਬਿਲਕੁਲ ਹੋਏ ਸੀ। ਬਹੁਤ ਇਹਨਾਂ ਨੇ ਸਹੀ ਤਰੀਕੇ ਦੱਸਿਆ ਕਿ ਅਸੀਂ ਇਹਨੂੰ ਮਾਤ ਦਿੱਤੀ ਸੀ। ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਜਿਹੜਾ ਮੁਸ਼ਕਿਲ ਜੀਵਨ ਹਾਲਾਤ ਆ, ਜਿੱਦਾਂ ਅਸੀਂ ਪਹਿਲਾਂ ਜੀਨੇ ਆ, ਸਾਡੀ ਮਿਹਨਤ ਕਰਨ ਦਾ ਤਰੀਕਾ, ਚਾਹੇ ਅਸੀਂ ਖੇਤੀ ਨਾਲ ਜੁੜੇ ਹੋਏ ਹਾਂ, ਚਾਹੇ ਅਸੀਂ ਕਿਸੇ ਹੋਰ ਕਾਰੋਬਾਰਾਂ ਨਾਲ ਜੁੜੇ ਹੋਏ ਹਾਂ, ਅਸੀਂ ਆਲਰੇਡੀ ਪ੍ਰਦੂਸ਼ਣ ਨਾਲ, ਗੰਦੀ ਹਵਾ ਨਾਲ ਤੇ ਗਲਤ ਚੀਜ਼ਾਂ ਨਾਲ ਅਸੀਂ ਸਾਡਾ 2-4 ਹਮਲਾ ਜਿਹੜਾ ਰੋਜ਼ ਹੁੰਦਾ ਰਹਿੰਦਾ। ਮੁਕਾਬਲਤਨ ਯੂਰਪ, ਅਮਰੀਕਾ ਤੇ ਕੈਨੇਡਾ ਦੇ ਲੋਕਾਂ ਦੇ, ਉਹਨਾਂ ਨੂੰ ਬਹੁਤ ਚੰਗੇ ਵਾਤਾਵਰਣ 'ਚ ਰਹਿਣ ਦੀ ਆਦਤ ਹੈ। ਸਾਡਾ ਵਾਤਾਵਰਣ ਜਿਹੜਾ ਆ, ਚਾਹੇ ਉਹ 에ਅਰ ਕੁਆਲਿਟੀ ਇੰਡੈਕਸ ਆ, ਚਾਹੇ ਉਹ ਹੋਰ ਕੁਝ ਲੈਵਲ ਨੇ, ਅਸੀਂ ਪਹਿਲਾਂ ਤੋਂ ਹੀ ਸਖਤ ਜ਼ਿੰਦਗੀ ਜੀਨੇ ਆ। ਇਸੇ ਕਰਕੇ ਸ਼ਾਇਦ ਸਾਡਾ ਜਿਹੜਾ ਇਮਿਊਨਿਟੀ ਲੈਵਲ ਆ ਉਹ ਠੀਕ ਸੀ ਤੇ ਅਸੀਂ ਇਸ ਚੀਜ਼ ਨਾਲ ਮੁਕਾਬਲਾ ਕੀਤਾ ਵੀ। ਪਰ ਜਿਹੜੀ ਤੁਸੀਂ ਸਿੱਖਣ ਦੀ ਗੱਲ ਕੀਤੀ ਆ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਿੱਖਦੇ ਤਾਂ ਅਸੀਂ ਜ਼ਰੂਰ ਹਾਂ, ਪਰ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਇਹਨੂੰ ਜੇ ਤੁਸੀਂ ਇਹਦਾ ਵਿਸ਼ਲੇਸ਼ਣ ਇੱਦਾਂ ਕਰਾਂਗੇ ਕਿ ਲਾਈਫ ਪੋਸਟ ਕੋਵਿਡ ਤੇ ਪ੍ਰੋ ਕੋਵਿਡ, ਜ਼ਿੰਦਗੀ ਜਿਹੜੀ ਆ ਕੋਵਿਡ ਤੋਂ ਪਹਿਲਾਂ ਕਿਵੇਂ ਸੀ, ਅਸੀਂ ਉਹਦੇ ਆਦੀ ਹਾਂ, ਤੇ ਕੋਵਿਡ ਤੋਂ ਬਾਅਦ ਕਿਵੇਂ ਦੀ ਹੋਵੇਗੀ ਉਹਦੇ ਅਸੀਂ ਆਦੀ ਹਾਲੇ ਹੋਏ ਨਹੀਂ। ਬੇਸ਼ੱਕ ਅਸੀਂ 1 ਸਾਲ ਜ਼ਰੂਰ ਸਖਤੀ ਨਾਲ ਗੁਜ਼ਾਰਿਆ, ਪਰ ਜਿਹੜੀਆਂ ਗੱਲਾਂ ਸ਼ੇਰਗਿੱਲ ਸਾਹਿਬ ਨੇ ਦੱਸੀਆਂ, ਸੈਨੀਟਾਈਜੇਸ਼ਨ, ਬੰਦੇ ਤੋਂ ਦੂਰੀ, ਮਾਸਕ, ਸਫਾਈ ਤੇ ਭੀੜ ਦਾ ਹਿੱਸਾ ਨਾ ਬਣਨਾ, ਉਸ ਚੀਜ਼ ਦੀ ਅਸੀਂ ਆਦੀ ਨਹੀਂ ਹੋਏ। ਸਰਕਾਰੀ ਤੌਰ ਤੇ ਕਹਿਣ ਦੇ ਮੁਤਾਬਕ ਲਾਕਡਾਊਨ ਲੱਗਣ ਕਰਕੇ ਜਾਂ ਜ਼ਬਰਦਸਤੀ ਪੁਲਿਸ ਦੇ ਪ੍ਰਸ਼ਾਸਨ ਕਰਕੇ ਅਸੀਂ ਕੁਝ ਦੇਰ ਲਈ ਉਸ ਚੀਜ਼ ਨੂੰ ਅਪਣਾਇਆ ਸੀ ਤੇ ਅਸੀਂ ਫਾਇਦੇ 'ਚ ਰਹੇ ਹਾਂ। ਪਰ ਉਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਕਿ ਅਸੀਂ ਉਹ ਜਿਹੜੀਆਂ, ਜਿੱਦਾਂ ਮੈਂ ਗੱਲ ਦੱਸੀ ਕਿ ਅਸੀਂ ਉਹਨੂੰ ਸਿੱਖਿਆ ਨਹੀਂ। ਜੇ ਅਸੀਂ ਉਹਨੂੰ ਆਪਣੇ ਜੀਵਨ 'ਚ ਢਾਲ ਲਈਏ ਤੇ ਅਸੀਂ ਵੱਡੀ ਮੁਸੀਬਤ ਤੋਂ ਬਚ ਸਕਦੇ ਹਾਂ। ਅਸੀਂ ਆਪ ਤੇ ਬਚਾਂਗੇ, ਅਸੀਂ ਆਪਣੀਆਂ ਫੈਮਲੀਆਂ ਨੂੰ ਵੀ ਬਚਾਵਾਂਗੇ ਤੇ ਆਪਣੇ ਆਲੇ ਦੁਆਲੇ ਦਾ ਵੀ ਬਚਾਅ ਜਿਹੜਾ ਆ ਉਹ ਕਰ ਸਕਾਂਗੇ। ਜਿਹੜੀ ਗੱਲ ਕੀਤੀ ਇਹਨਾਂ ਨੇ ਸਰਕਾਰ ਦੀ ਜ਼ਿੰਮੇਵਾਰੀ ਦੀ, ਸਰਕਾਰਾਂ ਸਾਡੇ ਮੁਲਕਾਂ ਦੇ ਵਿੱਚ ਜਿਹੋ ਜਿਹੇ ਕੰਮ ਕਰਦੀਆਂ ਨੇ, ਜਿਹੋ ਜਿਹੀ ਉਹਨਾਂ ਦੀ ਕਾਰਜਕਾਰੀ ਆ, ਉਹਨਾਂ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਅਕਸਰ ਆਪਣੀਆਂ ਸਰਕਾਰਾਂ ਦਾ ਮੁਕਾਬਲਾ ਐਡਵਾਂਸ ਜਾਂ ਵਿਕਸਿਤ ਜਿਹੜੇ ਮੁਲਕ ਨੇ ਉਹਨਾਂ ਸਰਕਾਰਾਂ ਨਾਲ ਕਰਦੇ ਆ। ਉਹਨਾਂ ਕੋਲ ਦੇਖੋ ਰਿਸੋਰਸਿਸ ਵੀ ਜ਼ਿਆਦਾ ਨੇ, ਸਾਧਨ ਜ਼ਿਆਦਾ ਨੇ। ਉਹਨਾਂ ਸਰਕਾਰਾਂ ਦੇ ਕੋਲ ਜਿਹੜੀ ਉਹਨਾਂ ਦੀ ਪਾਲਣ ਵਾਲੀ ਆਬਾਦੀ ਆ ਉਹ ਥੋੜ੍ਹੀ ਆ, ਇਸ ਕਰਕੇ ਉਹ ਉਹਨਾਂ ਚੀਜ਼ਾਂ ਨੂੰ ਬਹੁਤ ਸਾਰੇ ਸੌਖੇ ਤਰੀਕੇ ਨਾਲ ਕਰ ਸਕਦੇ ਨੇ। ਚਾਹੇ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਇਜ਼ਰਾਈਲ ਦੀ ਗੱਲ ਕਰਦੇ ਹਾਂ, ਉਹਨਾਂ ਨੇ ਲੋਕਾਂ ਨੂੰ ਸਹੂਲਤਾਂ ਜ਼ਿਆਦਾ ਦੇ ਸਕਦੇ ਨੇ। ਉਹ ਕੈਸ਼ ਵੀ ਮੁਹੱਈਆ ਕਰਾ ਸਕਦੇ ਨੇ ਤੇ ਕੰਮ ਦੀਆਂ ਜਿਹੜੀਆਂ ਸਥਿਤੀਆਂ ਉਹਨਾਂ ਦੇ ਵਿੱਚ ਵੀ ਕੰਟਰੋਲ ਕਰ ਸਕਦੇ ਨੇ। ਭਾਰਤ ਦੀ ਸਰਕਾਰ ਦੇ ਕੋਲ ਇਹੋ ਜਿਹੇ ਜਿਹੜੇ ਆ ਸਾਧਨ ਤੇ ਵਸੀਲੇ ਨਹੀਂ ਹੈਗੇ। ਜੇ ਹੈਗੇ ਵੀ ਆ ਤਾਂ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਆ ਜਾਂ ਫਿਰ ਰਾਜਨੀਤੀ ਦਾ ਜਿਹੜਾ ਸਿਸਟਮ ਆ, ਸੈਂਟਰ ਸਟੇਟ ਰਿਲੇਸ਼ਨਸ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਰੁਕਾਵਟ ਹੁੰਦੀਆਂ। ਅੱਜ ਵੀ ਜਿੱਦਾਂ ਇਹਨਾਂ ਨੇ ਦੱਸਿਆ ਕਿ ਰੇਲਾਂ ਉਦੋਂ ਰੁਕ ਗਈਆਂ ਸੀ, ਹੁਣ ਵੀ ਜਿਹੜੀਆਂ ਟ੍ਰੇਨਸ ਆ ਉਹ ਬਹੁਤ ਘੱਟ ਚੱਲ ਰਹੀਆਂ। ਆਉਣ ਵਾਲੇ ਦਿਨਾਂ 'ਚ ਹੋਲੀ ਦਾ ਸੀਜ਼ਨ ਆ ਤੇ ਅਸੀਂ ਅਕਸਰ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਜਿਹੜੇ ਮਾਈਗਰੈਂਟ ਲੇਬਰਸ ਨੇ, ਜਿਹੜੇ ਬਿਹਾਰ ਤੋਂ ਜਾਂ ਯੂਪੀ ਤੋਂ ਜਾਂ ਹੋਰ ਵੱਖ-ਵੱਖ ਸਟੇਟਾਂ ਤੋਂ ਆਉਂਦੇ ਨੇ ਲੋਕ, ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਆ, ਉਹ ਸਾਰੇ ਵੱਡੇ ਸ਼ਹਿਰਾਂ ਦੇ ਬੱਸ ਸਟੇਸ਼ਨਸ ਦੇ ਉੱਤੇ, ਰੇਲਵੇ ਸਟੇਸ਼ਨਸ ਦੇ ਉੱਤੇ ਭੀੜ ਦੇ ਰੂਪ ਵਿੱਚ ਬੈਠੇ ਨੇ। ਟ੍ਰੇਨਸ ਨਹੀਂ ਹੈਗੀਆਂ ਜਲੰਧਰ ਤੋਂ ਬਿਹਾਰ ਜਾਣ ਲਈ ਜਾਂ ਲੁਧਿਆਣੇ ਤੋਂ ਜਾਣ ਲਈ ਜਾਂ ਹੁਸ਼ਿਆਰਪੁਰ ਤੋਂ ਜਾਣ ਲਈ, ਤੇ ਉਹਨਾਂ ਨੂੰ ਜਾਣ ਲਈ ਫਿਰ ਪ੍ਰਾਈਵੇਟ ਟਰਾਂਸਪੋਰਟਰਸ ਉਹਨਾਂ ਦਾ ਪੂਰਾ ਹੁਣ ਵੀ ਉਹਦਾ ਫਾਇਦਾ ਉਠਾ ਰਹੇ ਨੇ। ਇੱਕ ਬੱਸ ਦੇ ਵਿੱਚ 100 ਸਵਾਰੀ ਜਿਹੜੀ ਆ ਉਹ ਬਿਹਾਰ ਨੂੰ ਜਾਂ ਜਾ ਰਹੀ ਆ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਸੋ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਤੇ ਨਹੀਂ ਛੱਡ ਸਕਦੇ, ਸਾਨੂੰ ਆਪ ਨੂੰ ਵੀ ਇਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ ਕਿ ਕਿਵੇਂ ਅਸੀਂ ਇਹਨਾਂ ਚੀਜ਼ਾਂ ਤੋਂ ਆਪਣਾ ਬਚਾਅ ਕਰਨਾ ਹੈ। ਗੱਲ ਸਿਰਫ ਉਸ ਗੱਲ ਦੀ ਆ ਕਿ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਹੁਣ ਜਿਹੜੀ ਜ਼ਿੰਦਗੀ ਆ ਉਹ ਕਰੋਨਾ ਤੋਂ ਫਾਰਗ ਨਹੀਂ ਹੋਣੀ, ਇਹਨੇ ਕਿਤੇ ਜਾਣਾ ਨਹੀਂ ਹੈਗਾ। ਸਾਨੂੰ ਇਹਨੂੰ ਗੁੱਠੇ ਲਾ ਕੇ ਰੱਖਣਾ ਪੈਣਾ। ਕਿਸੇ ਜ਼ਮਾਨੇ 'ਚ ਚੇਚਕ, ਹੈਜਾ, ਪੀਲੀਆ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਦੋਂ ਆਈਆਂ ਹੋਣੀਆਂ, ਹੁਣ ਅਸੀਂ ਕਿਆਸ ਲਾ ਸਕਦੇ ਹਾਂ ਕਿ ਉਦੋਂ ਦਾ ਸਮਾਂ ਕਿਹੋ ਜਿਹਾ ਰਿਹਾ ਹੋਣਾ।
ਵੱਖਰੀ ਗੱਲ ਹੈ ਕਿ ਉਦੋਂ ਕਮਿਊਨੀਕੇਸ਼ਨਸ ਦੇ ਸਾਧਨ ਨਹੀਂ ਸੀਗੇ ਜਾਂ ਟਰਾਂਸਪੋਰਟ ਦੇ ਸਾਧਨ ਨਹੀਂ ਸੀਗੇ ਤੇ ਉਹਦਾ ਕੁਝ ਵੱਖਰਾ ਨਜ਼ਾਰਾ ਹੋਏਗਾ, ਪਰ ਮੰਜ਼ਰ ਜਿਹੜਾ ਆ ਅੱਜ ਤੋਂ ਭਿਆਨਕ ਸੀ ਪਹਿਲਾਂ ਵੀ। ਉਦੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖ ਲਿਆ, ਜਿੱਦਾਂ ਹੁਣ ਅਸੀਂ ਜਦੋਂ ਵੀ ਸਾਡੇ ਕੋਈ ਛੋਟੇ ਬੱਚੇ ਦਾ ਜਨਮ ਹੁੰਦਾ ਤੇ ਉਹਨੂੰ ਬਹੁਤ ਸਾਰੀਆਂ ਟੀਕਾਕਰਨ ਜਿਹੜੀ ਇਹ ਚੱਲਦੀ ਆ, ਇਦਾਂ ਹੀ ਅੱਗੇ ਜਦੋਂ ਹੋਏਗਾ, ਹੁਣ ਅੱਗੇ ਤੋਂ ਅੱਗੇ ਇਹ ਵਾਲਾ ਵੈਕਸੀਨ ਵੀ ਲੱਗੇਗਾ। ਤੇ ਹੁਣ ਸਾਨੂੰ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਪਵੇਗਾ ਤੇ ਜਿਹੜੀਆਂ ਪਾਬੰਦੀਆਂ ਜਿਨ੍ਹਾਂ ਨਾਲ ਸਾਡਾ ਇਹਨਾਂ ਤੋਂ ਬਚਾਅ ਹੋ ਸਕਦਾ ਉਹ ਜਿਹੜਾ ਆ ਜ਼ਰੂਰ ਲੈਣਾ ਪਵੇਗਾ। ਜਿੱਦਾਂ ਅਸੀਂ ਇੱਕ ਕਹਾਵਤ ਅਕਸਰ ਬੋਲਦੇ ਹਾਂ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇਲਾਜ ਨਾਲੋਂ ਜਿਹੜਾ ਪਰਹੇਜ਼ ਆ ਉਹ ਬਿਹਤਰ ਆ, ਕਿਉਂਕਿ ਹਾਲੇ ਤਾਂ ਜਿਹੜਾ ਇਲਾਜ ਆ ਉਹ ਵੀ ਇੱਕ ਵੈਕਸੀਨ ਆ, ਨਾ ਕਿ ਉਹਦੀ ਕੋਈ ਦਵਾਈ ਜਾਂ ਕੋਈ ਜੜੀ ਬੂਟੀ। ਜੀ ਸ਼ੇਰਗਿੱਲ ਸਾਹਿਬ, ਇੱਕ ਪਾਸੇ ਤਾਂ ਅਸੀਂ ਇਸ ਭਿਆਨਕ ਦੌਰ ਦੀ ਗੱਲ ਕਰ ਰਹੇ ਹਾਂ ਤੇ ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੇ ਡੀਪੀਆਂ ਲਾਈਆਂ ਹੋਈਆਂ ਨੇ, ਉੱਤੇ ਲਿਖਿਆ ਹੋਇਆ ਕਿ ਅਸੀਂ ਵਿਰੋਧ ਕਰਦੇ ਹਾਂ ਸਕੂਲ ਬੰਦ ਹੋਣ ਦਾ, ਕਿ ਬੱਚਿਆਂ ਦਾ ਨੁਕਸਾਨ ਹੋਇਆ, ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋਇਆ, ਤੇ ਬੜਾ ਪ੍ਰਚਲਨ ਹੈ ਇਸ ਮੈਸੇਜ ਦਾ, ਸਾਡੇ ਫੋਨਾਂ ਤੱਕ ਵੀ ਪਹੁੰਚਿਆ ਹੋਣਾ ਆ। ਕੀ ਕਹਿਣਾ ਚਾਹੋਗੇ ਇਸ ਬਾਰੇ? ਇਹਦੇ ਦੋ ਪੱਖ ਆ। ਮੈਂ ਪਹਿਲਾਂ ਕਿਹਾ ਨਾ, ਜਦੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਸੀਗੀ, ਕਾਫੀ ਕੇਸਾਂ ਦੀ ਗਿਣਤੀ ਘਟ ਗਈ ਸੀਗੀ, ਮੌਤਾਂ ਦੀ ਗਿਣਤੀ ਘਟ ਗਈ ਸੀ, ਤੇ ਸਰਕਾਰਾਂ ਵੀ ਚਾਹੁੰਦੀਆਂ ਸੀਗੀਆਂ ਕਿ ਸਕੂਲ ਖੁੱਲ੍ਹ ਜਾਣ, ਬੱਚੇ ਜਿਹੜੀ ਪੜ੍ਹਾਈ ਸਕੂਲਾਂ 'ਚ ਕਰ ਸਕਦੇ ਆ ਉਹ ਘਰ ਨਹੀਂ ਕਰ ਸਕਦੇ ਆ। ਸਕੂਲ ਖੋਲ੍ਹ ਵੀ ਦਿੱਤੇ ਸੀਗੇ, ਪਰ ਉਦੋਂ ਪਤਾ ਲੱਗਾ ਜਦੋਂ ਸਕੂਲਾਂ ਦੇ ਵਿੱਚ ਬੱਚੇ ਵੀ ਇਨਫੈਕਟਡ ਹੋ ਗਏ, ਬੱਚਿਆਂ ਦੇ ਨਾਲ ਟੀਚਰ ਵੀ ਇਨਫੈਕਟਡ ਹੋ ਗਏ, ਤਾਂ ਫਿਰ ਉਹਨਾਂ ਕੋਲ ਹੋਰ ਚਾਰਾ ਨਹੀਂ ਬਚਿਆ। ਅੱਜ ਵੀ ਜਿਹੜਾ ਮੰਤਰ ਆ ਉਹ ਇਹੀ ਆ, ਜਾਨ ਹੈ ਤਾਂ ਜਹਾਨ ਹੈ। ਤੇ ਜੇ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਇਸ ਮੂੰਹ ਵੱਲ ਧੱਕ ਦਾਂਗੇ, ਨੋ ਡਾਊਟ ਇਹਦੇ ਵਿੱਚ ਪੜ੍ਹਾਈ ਖਰਾਬ ਹੁੰਦੀ ਆ। ਪਿਛਲੇ ਸਾਲ ਵੀ ਉਹਨਾਂ ਨੂੰ ਇਸੇ ਤਰੀਕੇ ਨਾਲ ਪੇਪਰ ਦੇ ਵਿੱਚ ਅੰਕ ਵਗੈਰਾ ਦੇ ਕੇ ਪਾਸ ਕਰਨਾ ਪਿਆ ਸੀਗਾ, ਜਿਹੜੇ ਕਿ ਉਹ ਉਸ ਕੰਪੀਟੀਸ਼ਨ ਦਾ ਲੈਵਲ ਨਹੀਂ ਬਣਦਾ ਬੱਚਿਆਂ ਦਾ। ਹੁਣ ਵੀ ਜਿਹੜਾ ਦੌਰ ਉਹੀ ਮਾਰਚ ਅਪ੍ਰੈਲ ਮਈ ਦੇ ਵਿੱਚ ਪੇਪਰਾਂ ਦਾ ਦੌਰ ਹੁੰਦਾ ਆ, ਤੇ ਜਦੋਂ ਦੁਬਾਰਾ ਫਿਰ ਸਕੂਲ ਬੰਦ ਹੋ ਗਏ, ਕੁਦਰਤੀ ਆ ਮਾਪੇ ਵੀ ਚਿੰਤਤ ਆ ਵੀ ਪੜ੍ਹਾਈ ਪਿਛਲੇ ਸਾਲ ਦੀ ਵੀ ਖਰਾਬ ਹੋਈ, ਹੁਣ ਦੀ ਵੀ ਖਰਾਬ ਹੋ ਗਈ। ਕਈਆਂ ਨੇ ਗਾਂ ਹੋਰ ਫਿਊਚਰਸ ਕੋਰਸ ਆਫ ਸਟੱਡੀਜ਼ ਕਰਨਾ ਹੁੰਦਾ, ਕਈ ਥਾਵਾਂ ਤੇ ਜਾਣਾ ਹੁੰਦਾ, ਕਈ ਇਹੋ ਜਿਹੇ ਪੜ੍ਹਾ ਤੇ ਹੁੰਦੇ ਆ ਬੱਚੇ ਜਿਨ੍ਹਾਂ ਨੇ ਕੋਈ ਵੱਡੇ ਲੈਵਲ ਤੇ ਜਾ ਕੇ ਪੜ੍ਹਾਈ ਕਰਨੀ ਹੁੰਦੀ ਆ, ਉਹਨਾਂ ਦਾ ਵੀ ਨੁਕਸਾਨ ਹੁੰਦਾ ਆ। ਇਹਦੇ ਵਿੱਚ ਮਾਪਿਆਂ ਦੀ ਚਿੰਤਾ ਵੀ ਜਾਇਜ਼ ਆ, ਤੇ ਦੂਜੇ ਪਾਸੇ ਆਪਾਂ ਦੇਖੀਏ ਤਾਂ ਪ੍ਰਸ਼ਾਸਨ ਦੀ ਵੀ ਚਿੰਤਾ ਵੀ ਜਾਇਜ਼ ਆ। ਮੰਨ ਲਓ ਜੇ ਕਿਤੇ ਇਹ ਸਕੂਲ ਨਾ ਬੰਦ ਕੀਤੇ ਹੁੰਦੇ ਔਰ ਸਕੂਲਾਂ ਦੇ ਵਿੱਚ ਵੱਡੀ ਪੱਧਰ ਤੇ ਫੈਲ ਜਾਵੇ, ਕਿਉਂਕਿ ਇਹਦਾ ਪਤਾ ਕੁਛ ਨਹੀਂ, ਜੇ ਫੈਲ ਗਿਆ ਕਿਸੇ ਤਰੀਕੇ ਦਾ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ, ਤੇ ਮੁੜ ਕੇ ਇਹਨਾਂ ਮਾਪਿਆਂ ਨੇ ਹੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ। ਉਹਦੇ ਨਾਲੋਂ ਬਿਹਤਰ ਪ੍ਰਸ਼ਾਸਨ ਨੇ ਆਪਣੇ ਗਲੋਂ ਲਾਉਣ ਲਈ ਵੀ ਸਕੂਲ ਹੀ ਬੰਦ ਕਰਦੇ, ਭਾਈ ਆਪਣੇ ਬੱਚੇ ਆਪੇ ਸਾਂਭਣ। ਮਾਪਿਆਂ ਦੀ ਚਿੰਤਾ ਵੀ ਠੀਕ ਆ ਵੀ ਸਾਡੇ ਬੱਚੇ ਘਰੇ ਬੈਠੇ ਆ, ਸਾਲ ਹੋ ਗਿਆ, ਇਹ ਪੜ੍ਹਾਈ ਕਰਨ ਤੋਂ ਫਾਡੀ ਰਹਿ ਗਏ ਆ, ਪੜ੍ਹਦੇ ਨਹੀਂ ਕੁਛ ਵੀ, ਸਕੂਲ ਜਾਣ ਲੱਗੇ ਸੀਗੇ, ਵੀ ਸਕੂਲ ਖੁੱਲ੍ਹਣੇ ਚਾਹੀਦੇ ਆ। ਹੁਣ ਦੋਹਾਂ ਪੱਖਾਂ ਦੇ ਵਿੱਚੋਂ ਆਪਾਂ ਦੇਖੀਏ ਤਾਂ ਆਪਾਂ ਨੂੰ ਪਹਿਲਾਂ ਜਾਨ ਦੇਖਣੀ ਪਊਗੀ, ਇਹਦੇ ਵਿੱਚ ਜਾਨ ਦੇਖਣੀ ਪਊਗੀ। ਫਿਰ ਨਾਲ ਦੀ ਨਾਲ ਇਹ ਨਹੀਂ ਵੀ ਆਪਣੇ ਹੀ ਦੇਸ਼ ਵਿੱਚ ਸਕੂਲ ਦੁਬਾਰਾ ਬੰਦ ਕੀਤੇ ਆ, ਬਾਕੀ ਦੇਸ਼ਾਂ ਦੇ ਵਿੱਚ ਵੀ ਇੱਕ ਵਾਰੀ ਖੁੱਲ੍ਹ ਕੇ ਦੁਬਾਰਾ ਲਾਕਡਾਊਨ ਵਰਗੀ ਸਥਿਤੀ ਲੱਗੀ ਆ, ਦੁਬਾਰਾ ਸਕੂਲ ਵੀ ਬੰਦ ਹੋਏ ਆ। ਸੋ ਇਹਦਾ ਮੰਤਰ ਲੈ ਕੇ ਤੁਰਨਾ ਪਊਗਾ ਵੀ ਜਾਨ ਹੈ ਤੇ ਜਹਾਨ ਹੈ। ਨਹੀਂ ਤਾਂ ਸਰਕਾਰ ਤਾਂ ਕਰੋਨਾ ਦੀ ਆੜ ਦੇ ਵਿੱਚ, ਸ਼ਰਮਾ ਜੀ ਨੇ ਦੱਸਿਆ, ਪਤਾ ਨਹੀਂ ਕਈ ਕੁਛ ਹੀ ਕਰ ਗਈ ਜਿਹਦਾ ਖਮਿਆਜਾ ਆਪਾਂ ਹੁਣ ਤੱਕ ਭੁਗਤ ਰਹੇ ਆ, ਗਾਹਾਂ ਵੀ ਖਰੇ ਭੁਗਤਣਾ ਪੈਣਾ, ਤੇ ਉਹਦਾ ਜਿਹੜਾ ਨਤੀਜਾ ਆ ਉਹ ਬਾਰਡਰਾਂ ਤੇ ਬੈਠੇ ਸਾਡੇ ਕਿਸਾਨ ਆ। ਜੀ ਬਿਲਕੁਲ ਸਹੀ ਗੱਲ ਆਖੀ। ਪੇਰੈਂਟਸ ਨੂੰ ਵੀ ਇਹ ਗੱਲ ਸਮਝਣੀ ਪੈਣੀ ਹੈ ਵੀ ਜਾਨ ਹੈ ਤਾਂ ਜਹਾਨ ਹੈ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਅਸੀਂ ਲਾਕਡਾਊਨ ਦੇ ਭਿਆਨਕ ਦੌਰ ਦੀ ਗੱਲ ਕੀਤੀ ਹੈ, ਤੇ ਹੁਣ ਇੱਕ ਹੋਰ ਵੀ ਬੜਾ ਇੰਪੋਰਟੈਂਟ ਮੁੱਦਾ ਆ, ਤੇ ਉਹਦੇ ਵੱਲ ਵੀ ਰੁਖ ਕਰ ਲਈਏ ਕਿ ਕੇਂਦਰ ਅੜੀ ਹੋਈ ਹੈ ਕਿਸਾਨਾਂ ਦੀ ਸਿੱਧੀ ਅਦਾਇਗੀ ਤੇ ਕੈਪਟਨ ਸਾਹਿਬ ਮੋਦੀ ਨੂੰ ਚਿੱਠੀ ਲਿਖ ਰਹੇ ਨੇ। ਕੀ ਆ ਪੂਰਾ ਮਾਮਲਾ? ਇਹ ਪਤਾ ਨਹੀਂ, ਕੇਂਦਰ ਜਿੱਥੇ ਅੜ ਜਾਂਦੀ ਹੈ ਉੱਥੇ ਹੀ ਅੜ ਜਾਂਦੀ ਹੈ, ਗਾਹਾਂ ਤੁਰਦੀ ਹੀ ਨਹੀਂ। ਜੇ ਆਪਾਂ ਕਹੀਏ ਵੀ ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ ਵੀ ਅੜੀ ਹੋਈ ਆ, ਉਹ ਵੀ ਅੜੀ ਹੋਈ ਆ। ਇਹ ਕਿਸਾਨਾਂ ਪਿੱਛੇ ਹੱਥ ਧੋ ਕੇ ਪੈ ਗਏ ਨੇ। ਇਹ ਕਿਸਾਨਾਂ ਦੇ ਪਿੱਛੇ, ਖਾਸ ਕਰਕੇ ਪੰਜਾਬ ਦੇ, ਕੇਵਲ ਤੇ ਕੇਵਲ ਇਹਨਾਂ ਦਾ ਨਿਸ਼ਾਨਾ ਜਿਹੜਾ ਉਹ ਪੰਜਾਬ ਨੂੰ ਹੀ ਕਿਸਾਨਾਂ ਨੂੰ ਬਣਾਇਆ ਗਿਆ। ਨਿਸ਼ਾਨੇ ਇਹਨਾਂ ਨੇ ਬਹੁਤ ਲਾਏ ਆ, ਪਹਿਲਾਂ ਸੀਏ ਦਾ ਨਿਸ਼ਾਨਾ ਲਾਇਆ, ਕਾਫੀ ਕੁਝ ਲੱਗਾ, ਪਰ ਉਹ ਨਿਸ਼ਾਨਾ ਵੀ ਲਾਇਆ ਨਹੀਂ, ਉਹ ਉਹਨਾਂ ਨੇ ਦੱਬ ਲਿਆ ਨਾ, ਉਹ ਇਹਨਾਂ ਦਾ ਕਾਬੂ ਆ ਗਈ ਸੀ ਗੱਲ। ਇਹ ਕਾਬੂ ਨਹੀਂ ਆ ਰਹੀ, ਹੁਣ ਉਹਨੇ ਤੇ ਹੋਰ ਨਿਸ਼ਾਨੇ ਤੇ ਨਿਸ਼ਾਨੇ ਲਾ ਰਹੇ ਆ ਵੀ ਕੋਈ ਤਾਂ ਨਿਸ਼ਾਨਾ ਤੀਰ ਜਿਹੜਾ ਆ ਉਹ ਸਹੀ ਨਿਸ਼ਾਨੇ ਤੇ ਵੱਜੂਗਾ। ਉਹ ਕਈ ਤੀਰ ਚਲਾ ਰਹੇ ਆ। ਇਹਦੇ ਵਿੱਚ ਇੱਕ ਨਵਾਂ ਤੀਰ ਜਿਹੜਾ FCI ਦਾ ਆ ਗਿਆ ਬਈ ਅਸੀਂ ਹੁਣ ਸਿੱਧੀ ਅਦਾਇਗੀ ਕਰਨੀ ਆ। ਪਰ ਇਹ ਨਵਾਂ ਨਹੀਂ ਹੈਗਾ, ਪਿਛਲੇ ਸਾਲ ਵੀ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਸੀ ਚਿੱਠੀ ਬਈ ਇਸ ਸਾਲ ਤੋਂ ਜਿਹੜੀ ਸੀਜ਼ਨ ਆ ਰਿਹਾ ਫਸਲ ਦਾ, ਉਹਦੇ ਤੋਂ ਸਿੱਧੀ ਅਦਾਇਗੀ ਕਰਨੀ ਆ। ਕੈਪਟਨ ਸਾਹਿਬ ਨੇ ਜਵਾਬ ਭੇਜਿਆ ਸੀਗਾ ਵੀ ਹਾਲੇ ਅਸੀਂ ਤਿਆਰ ਨਹੀਂ ਹੈਗੇ, KYC ਅਪਲੋਡ ਨਹੀਂ ਹੋਣਾ, ਇੰਨੀ ਜਲਦੀ ਨਹੀਂ ਹੋ ਸਕਦਾ, 1 ਸਾਲ ਹੋਰ ਦਿਓ। ਸਾਲ ਹੋ ਗਿਆ, ਹੁਣ ਇਸ ਅੰਦੋਲਨ ਦੇ ਵਿੱਚ ਉਹਨਾਂ ਨੇ ਫਿਰ ਚਿੱਠੀ ਪਾਤੀ ਵੀ ਅਸੀਂ ਅਦਾਇਗੀ ਸਿੱਧੀ ਦੇਣੀ ਆ, ਕਰੋ ਚਾਹੇ ਨਾ ਕਰੋ, ਅਸੀਂ ਕਣਕ ਦੀ ਖਰੀਦ ਨਹੀਂ ਕਰਨੀ ਆ। ਜਿਹੜੀ ਇੱਥੇ ਆ ਜਾਂਦੇ ਨੇ ਪਰ ਨਹੀਂ ਖਰੀਦ ਕਰਨੀ, ਉਹ ਬਹੁਤ ਹੀ ਚਿੰਤਾ ਵਾਲੀ ਗੱਲ ਆ। ਕਣਕ ਦੀ ਫਸਲ ਇਸ ਵੇਲੇ ਪੂਰੀ ਤਰ੍ਹਾਂ ਪੱਕਣ ਦੇ ਨੇੜੇ ਆ, ਵਿਸਾਖੀ ਆਉਣ ਵਾਲੀ ਆ,
ਤੇ ਉਦੋਂ ਵਾਢੀ ਉਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਆ। ਕਰੋਨਾ ਕਰਕੇ 10 ਦਿਨ ਲੇਟ ਕਰਤੀ ਆ, 1 ਅਪ੍ਰੈਲ ਤੋਂ ਹੋਣੀ ਸੀ, ਹੁਣ 10 ਅਪ੍ਰੈਲ ਤੋਂ ਕਰਤੀ ਆ। ਐਸ ਮੋੜ ਤੇ ਆ ਕੇ ਜਦੋਂ FCI ਕਹਿੰਦਾ ਵੀ ਅਸੀਂ ਖਰੀਦ ਨਹੀਂ ਕਰਾਂਗੇ ਜੀ, ਤੇ ਇਹ ਫਿਰ ਕਿਸਾਨਾਂ ਲਈ ਵੀ ਇੱਕ ਕਿਸਮ ਨਾਲ ਚਿੰਤਾ ਵਾਲੀ ਬਹੁਤ ਵੱਡੀ ਗੱਲ ਆ ਵੀ ਉਹ ਇੰਨੀ ਕਣਕ ਰੱਖਣਗੇ ਕਿੱਥੇ। ਸੂਬਾ ਜਿਹੜਾ ਆਪਣੇ ਤੌਰ ਤੇ ਇੰਨੀ ਕਣਕ ਦੀ ਫਸਲ ਖਰੀਦ ਨਹੀਂ ਸਕਦਾ, ਇਹਦੇ ਲਈ ਬਜਟ ਹੈ ਨਹੀਂ ਜੀ। 35 ਤੋਂ 40 ਹਜ਼ਾਰ ਕਰੋੜ ਦਾ ਬਜਟ ਜਿਹੜਾ CCL ਆ, ਕ੍ਰੈਡਿਟ ਲਿਮਿਟ ਜਿਹੜੀ ਰਿਜ਼ਰਵ ਬੈਂਕ ਦਿੰਦੀ ਆ, ਉਹ ਕਿੱਥੋਂ ਪੈਦਾ ਕਰੂਗੇ। ਬਜਟ ਦੇ ਵਿੱਚ ਇਹਨਾਂ ਨੇ ਕਿਤੇ ਵੀ ਇਹੋ ਜਿਹੀ ਪ੍ਰੋਵੀਜ਼ਨ ਰੱਖੀ ਨਹੀਂ ਹੈਗੀ ਜੀ। 2 ਫਸਲਾਂ ਦਾ ਮਿਲਾ ਕੇ 70-80 ਹਜ਼ਾਰ ਕਰੋੜ ਲੱਗ ਜਾਂਦਾ, ਉਹ ਵੱਖਰਾ ਹੀ ਇੱਕ ਬਜਟ ਰੱਖਣਾ ਪਊਗਾ ਜਿਹੜਾ ਕਿ ਸਟੇਟ ਵਾਸਤੇ ਸੰਭਵ ਨਹੀਂ ਹੈਗਾ। ਉਸੇ ਗੱਲ ਨੂੰ ਲੈ ਕੇ ਇਹ ਤੁਰਿਓ ਸੀ ਪੰਜਾਬ ਸਰਕਾਰ ਤਾਂ ਮੋਰੇ ਹੁਣ ਫਿਰ ਅੜ ਗਈ। ਅੜੀ ਕਿਉਂ? ਕਿਸਾਨ ਅੰਦੋਲਨ ਦੇ ਰੋਸ ਤੋਂ, ਕਿਉਂਕਿ ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਸੀਗੀ ਤੇ ਹੁਣ ਉਹ ਨਵਾਂ ਸਿਆਪਾ ਮੋੜ ਨਹੀਂ ਲੈਣਾ ਚਾਹੁੰਦੀ ਵੀ ਜੇ ਮੈਂ ਹਾਮੀ ਭਰਤੀ ਤੇ ਹਾਂ ਵੀ ਸਿੱਧੀ ਅਦਾਇਗੀ ਕਰ ਦੋ, ਤੇ ਜਿੱਥੇ ਉਹ ਕਿਸਾਨ ਜਿਹੜੇ ਆ BJP ਵਾਲਿਆਂ ਦਾ, ਅਕਾਲੀਆਂ ਦਾ ਵਿਰੋਧ ਕਰ ਲਿਆ, ਕਿਤੇ ਉਹਨਾਂ ਨੇ ਡੰਡਾ ਇੱਧਰ ਨੂੰ ਨਾ ਤੁਰ ਪਵੇ ਕਾਂਗਰਸ ਵੱਲ ਨੂੰ, ਮਾਰ ਕੇ ਗਲ 'ਚ ਵੀ ਕੌਣ ਪਾਵੇ। ਉਸ ਗੱਲ ਦਾ ਵੀ ਆ ਵੀ ਹੁਣ ਸਾਨੂੰ ਆਪਣਾ ਤਾਂ ਡਰ ਕਾਂਗਰਸ ਨੂੰ ਪੈਣ ਲੱਗ ਪਿਆ ਵੀ ਇਹ ਤਾਂ ਸਿਆਪਾ ਨਵਾਂ ਗੱਲ ਪਾਤਾ। ਉਸ ਗੱਲ ਨੂੰ ਲੈ ਕੇ ਅੜ ਗਏ ਆ। ਬੀਤੇ ਦਿਨੀ ਪੰਜਾਬ ਦੇ ਮੁੱਖ ਸਕੱਤਰ ਦੀ ਖੇਤੀਬਾੜੀ ਕੇਂਦਰ ਦੇ ਸਕੱਤਰ ਪਲੱਸ ਖੁਰਾਕ ਸਪਲਾਈ ਮਹਿਕਮਾ ਜਿਹੜਾ ਕੇਂਦਰ ਦਾ, ਉਹਦੇ ਸਕੱਤਰ ਨਾਲ ਰਾਬਤਾ ਹੋਇਆ ਸੀਗਾ। ਉਸ ਰਾਬਤੇ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਨੂੰ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਸਿੱਧੀ ਅਦਾਇਗੀ ਹੋਣੀ ਆ, ਇਸ ਤੋਂ ਬਿਨਾਂ ਕੋਈ ਮਨਜ਼ੂਰ ਨਹੀਂ ਜੀ, ਤੇ ਇਹ ਤੋਂ ਬਿਨਾਂ ਖਰੀਦ ਵੀ ਨਹੀਂ ਹੋਣੀ ਆ। ਉਹਦੀ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਦੇ ਨਾਲ ਇਹ ਆਗੂਆਂ ਦੀ ਖੁਰਾਕ ਸਪਲਾਈ ਮਹਿਕਮੇ ਦੇ ਮੰਤਰੀ ਆ ਭਾਰਤ ਭੂਸ਼ਣ ਆਸ਼ੂ ਆ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹੈ ਵਿਜੇ ਕਾਲੜਾ ਹੋਣੀ ਆ, ਤੇ ਹੋਰ ਜਿਹੜੇ ਮੁੱਖ ਸਕੱਤਰ ਆ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿਹਦੇ 'ਚ ਸਮੀਖਿਆ ਕੀਤੀ ਗਈ ਸੀ। ਫਿਰ ਇਹਦੇ ਵਿੱਚ ਫੈਸਲਾ ਹੋਇਆ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਜਾਵੇ, ਔਰ ਮੁੱਖ ਮੰਤਰੀ ਨੇ ਚਿੱਠੀ ਲਿਖ ਵੀ ਦਿੱਤੀ ਆ। ਉਹਦੇ ਵਿੱਚ ਬੜੀ ਜ਼ੋਰਦਾਰ ਵਿਰੋਧ ਕੀਤਾ ਵੀ ਮੈਂ ਇਹਦੇ ਹੱਕ 'ਚ ਹੀ ਹੈ ਨਹੀਂ। ਨਾਲ ਦੀ ਨਾਲ ਉਹਨਾਂ ਨੇ ਥੋੜਾ ਸਮਾਂ ਹੋਰ ਮੰਗ ਲਿਆ। ਉਹ ਕਹਿੰਦੇ ਕਿਉਂ ਨਾ 1 ਸਾਲ ਹੋਰ ਸਾਨੂੰ ਦੇ ਦਿਓ ਵੀ ਅਗਲੇ ਸਾਲ ਤੋਂ ਕਰ ਲਾਂਗੇ। ਸਾਫ਼ ਫਿਰ ਵੀ ਨਹੀਂ ਕਿਹਾ ਵੀ ਮੈਂ ਨਹੀਂ ਇਹ ਹੋਣ ਦੇਣਾ, ਇਹਨੂੰ ਰੱਦ ਕਰੋ ਬਿਲਕੁਲ ਹੀ। ਸਮਾਂ ਮੰਗ ਲਿਆ ਵੀ 1 ਸਾਲ ਹੋਰ ਅੱਗੇ ਪਾ ਦਿਓ ਜੀ ਇਹੋ ਜਿਹੀ ਸਕੀਮ ਦਾ। ਇੱਧਰ ਵੀ ਬਚਾਅ ਕਰਦੇ ਆ, ਉੱਧਰ ਵੀ ਬਚਾਅ ਕਰਦੇ ਆ, ਸੱਪ ਵੀ ਮਾਰਦੇ, ਸੋਟਾ ਵੀ ਬਚਾਉਂਦੇ ਆ, ਦੋਨੀ ਤਰ੍ਹਾਂ ਆਪਣੇ ਕੋਲ ਹੀ ਰੱਖਦੇ ਆ ਵੀ ਅਸੀਂ ਬਚੇ ਰਹੀਏ, ਅਗਲੇ ਦੇ ਗਲ ਪੈਂਦੇ ਪਈ ਰਹਿਣ ਦੇ। ਪਰ ਸਮਝ ਇਸ ਗੱਲ ਕਿ ਸੈਂਟਰ ਦੀ ਨਹੀਂ ਆਉਂਦੀ ਵੀ ਜਿਹੜਾ ਸਿਸਟਮ 100 ਸਾਲ ਤੋਂ ਚੱਲਿਆ ਆ ਰਿਹਾ ਉਸ ਸਿਸਟਮ ਨੂੰ ਇਹੋ ਜਿਹਾ ਤਹਿਸ ਨਹਿਸ ਕਰਨ ਤੇ ਕਿਉਂ ਤੁਲੀ ਹੋਈ ਆ। ਤੁਹਾਡਾ ਡਿਜੀਟਲ ਸਿਸਟਮ ਜਿਹੜਾ ਆ ਉਹ ਸ਼ਹਿਰਾਂ ਵਾਸਤੇ ਤਾਂ ਕਾਮਯਾਬ ਹੋ ਸਕਦਾ, ਕੁਛ ਹੱਦ ਤੱਕ ਹੋਇਆ ਵੀ ਆ। ਪੇਂਡੂ ਇਲਾਕਿਆਂ ਦੇ ਵਿੱਚ ਜਿੱਥੇ ਜਿਹੜੇ ਕਿਸਾਨ ਆ, ਕੈਪਟਨ ਸਾਹਿਬ ਦੇ ਕਹਿਣ ਤੇ ਹੀ ਆ ਵੀ 75% ਜਿਹੜੇ ਕਿਸਾਨ ਆ ਉਹ 2, 3, 5 ਏਕੜ ਤੋਂ ਘੱਟ ਵਾਲੇ ਆ ਜੀ। ਉਹਨਾਂ ਬੰਦਿਆਂ ਦੇ ਕੋਲ ਕਿੱਥੋਂ ਡਿਜੀਟਲ ਪਲੇਟਫਾਰਮ ਹੋਊਗਾ ਜਿਹੜਾ ਉਹ ਆਪ ਦੇ ਸਿੱਧੀ ਅਦਾਇਗੀ ਕਰਾਉਣਗੇ। ਉਹਨਾਂ ਕਿਸਾਨਾਂ ਨੂੰ ਹਰ ਵੇਲੇ ਆੜਤੀਆਂ ਦੀ ਲੋੜ ਰਹਿੰਦੀ ਆ। ਵੱਡੇ ਕਿਸਾਨਾਂ ਨੂੰ ਹਜੇ ਉਨੀ ਨਹੀਂ ਲੋੜ ਰਹਿੰਦੀ ਜਿਹੜੇ ਧਨਾੜ ਬੰਦੇ ਆ, ਪਰ ਉਹ ਕਿਸਾਨ ਜਿਹੜੇ ਛੋਟੇ ਆ, ਜਿਹੜੇ 75% ਆਉਂਦੀ ਆ ਗਿਣਤੀ, ਉਹਨਾਂ ਨੂੰ ਤਾਂ ਆੜਤੀਆਂ ਦੀ ਹਰ ਵੇਲੇ ਲੋੜ ਰਹਿਣੀ ਆ। ਜਦੋਂ ਉਹਨਾਂ ਦਾ ਰਿਸ਼ਤਾ ਹੀ ਤੋੜ ਦੇਣਾ ਇਹਨਾਂ ਨੇ, ਸਿੱਧੀ ਅਦਾਇਗੀ ਪਾ ਦੇਣੀ ਆ, ਤਾਂ ਫਿਰ ਉਹ ਆੜਤੀਆਂ ਦੇ ਨਾਲ ਕਿਵੇਂ ਰਾਬਤਾ ਰੱਖਣਗੇ। ਤਾਂ ਜੇ ਕੱਲ ਨੂੰ ਕੋਈ ਹਬੀ ਨਵੀ ਇਹੋ ਜਿਹੀ ਗੱਲ ਆਉਂਦੀ ਆ ਤਾਂ ਕਿਹੜੇ ਮਹਿਕਮੇ ਕੋਲ ਜਾਣਗੇ, ਉਹ ਕਿਹੜੇ FCI ਕੋਲ ਜਾ ਕੇ ਕਹਿਣਗੇ ਸਾਨੂੰ ਭਾਈ 10,000 ਦੀ ਲੋੜ ਆ ਹੁਣ ਦੇ ਦੇ। ਪਹਿਲੀ ਗੱਲ। ਦੂਸਰੀ ਗੱਲ, ਮੈਕਸੀਮਮ ਜਿਹੜੀ ਖੇਤੀ ਆ ਉਹ ਠੇਕੇ ਤੇ ਹੁੰਦੀ ਆ। ਠੇਕੇ ਦੇ ਮਤਲਬ ਕਾਰਪੋਰੇਟ ਘਰਾਣਿਆਂ ਵਾਲੀ ਠੇਕੇ ਤੇ ਨਹੀਂ ਜਿਹੜਾ ਗਰੌਲਾ ਪੈ ਰਿਹਾ। ਠੇਕੇ ਦੇ ਮਤਲਬ ਜਿਹੜਾ ਛੋਟਾ ਕਿਸਾਨ ਆ ਉਹ ਵੱਡੇ ਕਿਸਾਨ ਦੀਆਂ ਜ਼ਮੀਨਾਂ ਲੈ ਕੇ ਆਪਦੇ ਸੰਦਾਂ ਨਾਲ ਆਪਦੇ ਟਰੈਕਟਰ ਵਗੈਰਾ ਰੱਖ ਕੇ ਉਹਦੀ ਖੇਤੀ ਕਰਦਾ ਹੈ। ਹੁਣ ਜਿਹੜੇ ਸਿੱਧੀ ਅਦਾਇਗੀ ਹੋਣੀ ਆ ਉਹ ਤਾਂ ਰੈਵਨਿਊ ਰਿਕਾਰਡ ਮੁਤਾਬਕ ਜਿਹਦੀ ਮਾਲਕੀ ਹੋਊਗੀ ਉਹਨੂੰ ਹੋਣੀ ਆ। ਤੇ ਮਾਲਕ ਕਿੱਥੇ ਬੈਠਾ? ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਬੈਠਾ, ਕੋਈ ਆਸਟ੍ਰੇਲੀਆ ਬੈਠਾ। ਹੁਣ ਉਹਨਾਂ ਦੇ ਖਾਤੇ ਇੱਥੇ ਕਈਆਂ ਦੇ ਤਾਂ ਪਹਿਲੀ ਗੱਲ ਅਪਰੇਟ ਹੀ ਨਹੀਂ ਹੋਣੇ, ਕਿਉਂਕਿ ਪਿੱਛੇ ਜੇ ਇਹਨਾਂ ਦਾ ਇੱਕ ਚਲਾਇਆ ਹੋਇਆ ਸੀ ਮੁਹਿੰਮ ਕੇਂਦਰ ਸਰਕਾਰ ਨੇ, ਉਹਦੇ ਵਿੱਚ ਕਈ ਜਿਹੜੇ ਆ ਉਹ ਖਾਤੇ ਬੰਦ ਕਰਕੇ ਚੱਲ ਗਏ। ਉਹਨਾਂ ਨੂੰ ਡਰ ਪੈ ਗਿਆ ਸੀਗਾ, ਕਿਸੇ ਨੇ ਵੈਸੇ ਵੀ ਅਫਵਾਹ ਫੈਲਾਈ ਕਹਿ ਸਕਦੇ ਆ, ਜਾਂ ਇਸ ਗੱਲ ਦੀ ਕਿਤੇ ਸੂਹ ਮਿਲੀ ਸੀਗੀ ਵੀ ਜੋ ਖਾਤੇ ਇੱਥੇ ਨਾਨ ਆਪਰੇਸ਼ਨਲ ਆ ਬੈਂਕਾਂ ਦੇ ਵਿੱਚ ਬਾਹਰਲਿਆਂ ਦੇ, ਉਹਨਾਂ ਨੂੰ ਠੱਪ ਕਰ ਦਿਓ ਤੇ ਜੋ ਪੈਸਾ ਹੈਗਾ ਖਤਮ ਕਹਾਣੀ। ਉਸ ਗੱਲ ਤੋਂ ਡਰਦੇ NRI ਲੱਖਾਂ ਹੀ ਖਾਤੇ ਬੰਦ ਕਰ ਗਏ ਆ ਪਿਛਲੇ 3-4 ਸਾਲਾਂ 'ਚ, ਤੇ ਉਹਨਾਂ ਦਾ ਇੱਥੇ ਖਾਤਾ ਕੋਈ ਨਹੀਂ। ਤੇ ਜਦੋਂ ਉਹਨਾਂ ਦਾ ਖਾਤਾ ਲੱਭਣਗੇ, ਉਸ ਮਾਲਕ ਨੂੰ ਲੱਭ ਕੇ ਵੀ ਦੇਖਾਂਗੇ ਇਹਦਾ ਕਿੱਥੇ ਆ, ਉਹਨਾਂ ਨੂੰ ਕਹਿਣਗੇ KYC ਅਪਲੋਡ ਕਰੋ। ਉਹ ਕਦੋਂ ਆਉਣਗੇ, ਕਦੋਂ ਬੈਂਕ 'ਚ ਨਵਾਂ ਖਾਤਾ ਖੁਲਾਉਣਗੇ, ਕਦੋਂ ਉਹਨਾਂ ਦਾ KYC ਅਪਲੋਡ ਹੋਵੇਗਾ, ਫਿਰ ਜਾਊਗੀ। ਮੰਨ ਲਓ ਉਹਦੇ ਖਾਤੇ 'ਚ ਚਲੇ ਵੀ ਗਈ, ਤੇ ਜਿਹੜਾ ਵਿਚਾਰਾ 6 ਮਹੀਨੇ ਹੱਡ ਤੋੜਦਾ ਰਿਹਾ, ਠੰਡ ਦੇ ਵਿੱਚ ਪਾਣੀ ਲਾਉਂਦਾ ਰਿਹਾ, ਜਨਵਰੀ ਫਰਵਰੀ ਦੇ ਵਿੱਚ ਖਾਦ ਪਾਈ, ਦਵਾਈਆਂ ਪਾਈਆਂ, ਉਸ ਕਿਸਾਨ ਦੇ ਪੱਲੇ ਕੀ ਪਿਆ? ਉਹਨੂੰ ਤਾਂ ਫਿਰ ਉਹੀ ਰਿਹਾ ਨਾ, ਮਿਹਨਤ ਮੈਂ ਕੀਤੀ, ਵੇਚਤੀ ਸਰਕਾਰ ਨੂੰ, ਪੈਸੇ ਲੈ ਗਿਆ ਵਿਚਾਰਾ ਮਾਲਕ, ਤੇ ਉਹਦੇ ਪ੍ਰਤੀ ਫਿਰ ਜਿਹੜਾ ਠੇਕਾ ਉਹਦੇ ਕੋਲ ਖੜਾ ਉਹ ਫੇਰ ਖੜਾ ਰਹਿ ਜਾਊਗਾ। ਉਹ ਫਿਰ ਆਪਦੀ ਐਡਜਸਟਮੈਂਟ ਕਰੂਗਾ, ਜਾਂ ਉਹਨਾਂ ਨੂੰ ਕਹੂਗਾ ਭਾਈ ਤੇਰੇ ਕੋਲ ਦੇਖੀ ਮੈਸੇਜ ਆਇਆ ਤੇਰੇ ਮੋਬਾਈਲ ਤੇ ਵੀ ਖਾਤੇ 'ਚ ਪੈਸੇ ਆ ਗਏ ਆ, ਚੈੱਕ ਕਰ। ਤਾਂ ਬਾਰ-ਬਾਰ ਬਾਹਰ ਫੋਨ ਕਰੂਗਾ
ਵੀ ਯਾਰ ਮੈਨੂੰ ਹੁਣ ਲੋੜ ਆ ਗਾਹਾਂ ਅਗਲੀ ਫਸਲ ਵੀ ਬੀਜਣੀ ਆ, ਉਹਦੇ ਲਈ ਖਾਦ ਵੀ ਚਾਹੀਦਾ, ਦਵਾਈ ਵੀ ਚਾਹੀਦੀ ਆ, ਬੀਜ ਵੀ ਚਾਹੀਦਾ, ਤੇ ਮੈਨੂੰ ਪੈਸੇ ਦੇ ਦੇ। ਅਗਲਾ ਕਹੂਗਾ ਮੇਰਾ ਠੇਕਾ ਦੇ, ਉਹਨੂੰ ਠੇਕਾ ਵਿੱਚ ਐਡਜਸਟ ਕਰੂਗਾ, ਉਹਨੂੰ ਕਿੰਨੇ ਆਏ ਨਾ ਤਾਂ ਉਹ ਦੱਸੂਗਾ ਇਹਨੂੰ ਭਈ ਇੰਨੀ ਮੈਂ ਫਸਲ ਵੇਚੀ ਆ ਤੇ ਇਹਦੇ 'ਚ ਇੰਨੀ ਕਾਟ ਲੱਗ ਗਈ ਆ। ਇਹ ਸਾਰਾ ਭੰਬਲ ਭੁੱਸੇ ਵਾਲਾ ਕੰਮ ਆ। ਇਹ ਕਾਮਯਾਬ ਪਿੰਡਾਂ ਦੇ ਵਿੱਚ ਪੋਸੀਬਲ ਨਹੀਂ ਹੈਗਾ ਜੋ ਇਹ ਕੇਂਦਰ ਸਰਕਾਰ ਕਰਨ ਜਾ ਰਹੀ ਆ। ਇੱਕ ਤਾਂ ਇਹ ਆੜਤੀਆਂ ਨਾਲ 9 ਮਾਸ ਦਾ ਰਿਸ਼ਤਾ ਤੋੜਨ ਜਾ ਰਹੀ ਆ, ਦੂਸਰੀ ਲੜਾਈ ਦਾ ਕਾਰਨ ਬਣਨ ਜਾ ਰਹੀ ਆ। ਕਿਸੇ ਨੇ ਗਾਹਾਂ ਠੇਕੇ ਤੇ ਜ਼ਮੀਨ ਹੀ ਨਹੀਂ ਲੈਣੀ। ਫਿਰ ਜੀ ਜਿਹੜਾ ਕਿਸਾਨ ਹੁਣ ਠੇਕੇ ਤੇ ਲਈਊ ਆ ਬਾਹਰਲੇ ਜ਼ਮੀਂਦਾਰਾਂ ਦੀ ਜ਼ਮੀਨ, ਉਹ ਗਾਂ ਲਊਗਾ ਨਹੀਂ। ਉਹ ਕਹਿੰਦਾ ਪੈਸੇ ਤੇਰੇ ਕੋਲ ਆਉਣੇ, ਮੈਂ ਕੀ ਕਰਨਾ। ਉਹ ਤਾਂ ਚਾਹੁੰਦੇ ਹੀ ਆ ਕਿ ਉਹ ਇਹ ਚਾਹੁੰਦੇ ਆ ਵੀ ਜ਼ਮੀਨਾਂ ਉਹ ਲੈਣ ਨਾ, ਜਿਹੜੀਆਂ NRI ਦੇ ਜ਼ਮੀਨਾਂ ਵਿਹਲੀਆਂ ਪਈਆਂ ਰਹਿਣ ਤੇ ਸਾਡੇ ਕਬਜ਼ੇ 'ਚ ਆਵੇ, ਜੋ ਮਰਜ਼ੀ ਅਸੀਂ ਕਰਾਂਗੇ ਉੱਥੇ। ਉਹ ਵੇਚਣ ਲਈ ਮਜਬੂਰ ਹੋ ਜਾਣਗੇ। ਫਿਰ ਜਦੋਂ ਉਹਨਾਂ ਦੀ ਜ਼ਮੀਨ ਵਗਦੀ ਨਹੀਂ ਰਹਿਣੀ, ਕੋਈ ਉੱਥੇ ਖੇਤੀ ਨਹੀਂ ਕਰੂਗਾ, ਉਹਨਾਂ ਨੂੰ ਕੁਛ ਉਹਦੀ ਪ੍ਰੋਫਿਟ ਨਹੀਂ ਆਊਗਾ, ਤੇ ਉਹਨਾਂ ਰੱਖ ਕੇ ਕੀ ਕਰਨੀ ਆ। ਉਹ ਇਹ ਗੱਲ ਉਧਰ ਨੂੰ ਤੁਰੀ ਜਾ ਰਹੀ ਆ, ਜਿਹੜੀ ਕਿ ਕੇਂਦਰ ਨੂੰ ਬੜੀ ਗੰਭੀਰਤਾ ਨਾਲ ਸੋਚ ਕੇ ਇਸ ਪ੍ਰਤੀ ਚਾਹੀਦਾ ਵੀ ਹਾਲ ਦੀ ਘੜੀ ਜੋ ਪੰਗਾ ਤੁਸੀਂ ਕਿਸਾਨਾਂ ਨਾਲ ਲਿਆ ਹੋਇਆ ਕਾਨੂੰਨ ਬਣਾ ਕੇ ਨਵੇਂ ਤੋਂ ਨਵਾਂ ਪੰਗਾ ਨਾ ਛੇੜਨ, ਉਸੇ ਨੂੰ ਸੁਲਝਾ ਲੈਣ ਗੰਭੀਰਤਾ ਨਾਲ ਤਾਂ ਬਿਹਤਰ ਆ। ਨਵਾਂ ਪੰਗਾ ਛੇੜ ਕੇ ਤਾਂ ਸਗੋਂ ਉਹਨਾਂ ਦਾ ਹੋਰ ਰੋਸਾ ਆਪਣੇ ਵੱਲ ਨੂੰ ਵਧਾ ਰਹੇ ਆ। ਜੀ ਸ਼ਰਮਾ ਜੀ, ਤੁਸੀਂ ਸਰਕਾਰ ਦੇ ਇਸ ਬਜਿੱਦਪੁਣੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਇਹਨੂੰ ਇਦਾਂ ਕਹਿ ਸਕਦੇ ਤੁਸੀਂ, ਇਹ ਅਗਲੀ ਚੋਟ ਆ। ਪਹਿਲਾਂ 3 ਕਾਨੂੰਨ ਬਣਾਏ ਸੀ ਜਿਹੜੇ ਖੇਤੀ ਨੂੰ ਕਮਜ਼ੋਰ ਕਰਨ ਦੇ ਰਾਹ ਵੱਲ ਵੱਡਾ ਪੈਂਤੜਾ ਸੀ। ਉਸ ਤੋਂ ਬਾਅਦ ਹੁਣ ਜਿਹੜੀ ਖਰੀਦ ਨੂੰ ਰੋਕਣਾ, ਕਿਉਂਕਿ ਪੰਜਾਬ ਦੇ ਵਿੱਚ ਜਿੰਨੀ ਵੀ ਖੇਤੀ ਆ ਉਹਦੇ 'ਚ ਵੱਡਾ ਹਿੱਸਾ ਜਿਹੜਾ ਉਹ ਕਣਕ ਤੇ ਝੋਨੇ ਦਾ ਹੀ ਆ, ਜਾਂ ਉਸ ਤੋਂ ਬਾਅਦ ਫਿਰ ਗੰਨੇ ਦੀ ਵਾਰੀ ਆਉਂਦੀ। ਤੇ ਗੰਨਾ ਜਿਹੜਾ ਹੈ ਉਹ ਪਹਿਲਾਂ ਹੀ ਕਾਰਪੋਰੇਟ ਸੈਕਟਰ ਕੋਲ ਹੈ, ਉਹਨੂੰ ਤਾਂ ਇਹ ਜਦੋਂ ਚਾਹਣ ਉਹਨੂੰ ਆਪਣੀ ਮਰਜ਼ੀ ਨਾਲ ਮੋੜ ਸਕਦੇ ਨੇ। ਮਿੱਲਾਂ ਨੂੰ ਬੰਦ ਕਰਨਾ ਜਾਂ ਮਿੱਲਾਂ ਨੂੰ ਚਲਾਉਣਾ ਜਾਂ ਮਿੱਲਾਂ ਤੋਂ ਅੱਗੇ ਬੀਜ ਕਿਸਾਨਾਂ ਨੂੰ ਕੰਟਰੈਕਟ ਤੇ ਦਿਵਾਉਣੇ, ਉਹ ਸੌਖਾ ਕੰਮ ਹੈ। ਹੁਣ ਵੀ ਕਰ ਦਿੰਦੇ ਮਿੱਲਾਂ ਬੰਦ, ਹੁਣ ਵੀ ਕਹਿੰਦੇ ਅਗਲੀ ਵਾਰ ਮਿਲ ਨਹੀਂ ਚੱਲਣੀ ਬਈ। ਬਿਲਕੁਲ ਖਤਮ ਕਹਾਣੀ। ਤੇ ਕਣਕ ਤੇ ਝੋਨੇ ਦੀ ਜਿਹੜੀ ਖਰੀਦ ਆ ਉਹਨੂੰ ਰੋਕਣ ਲਈ ਜਿੰਨੀਆਂ ਇਹਨਾਂ ਨੇ ਗੱਲਾਂ ਦੱਸੀਆਂ ਉਹ ਸਾਰੀਆਂ ਠੀਕ ਨੇ। ਉਸ ਦੇ ਨਾਲ ਸਰਕਾਰ ਦਾ ਜਿਹੜਾ ਵੱਡਾ ਹੈਗਾ ਆ ਹੀਲਾ, ਉਹ ਆੜਤੀਆਂ ਵਾਲਾ ਸਿਸਟਮ ਹੈ ਉਹਨੂੰ ਖਤਮ ਕਰਨ ਤੇ ਵੀ ਆ, ਕਿਉਂਕਿ ਉਹਦੇ ਸਿਰ ਤੇ ਹੀ ਕਿਸਾਨ ਜਿਹੜੇ ਆ ਬਹੁਤ ਆਪਣੀਆਂ ਮੁਸੀਬਤਾਂ ਜਿਹੜੀਆਂ ਉਹ ਹੱਲ ਕਰ ਲੈਂਦੇ ਨੇ। ਜਿੱਦਾਂ ਉਹ ਪੰਜਾਬੀ ਦੇ ਵਿੱਚ ਅਸੀਂ ਬਹੁਤ ਛੋਟੇ ਹੁੰਦੇ ਤੋਂ ਸੁਣਦੇ ਆਏ ਆ, ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ, ਤੇ ਕਿਸਾਨ ਦੀ ਪੱਤ ਬਹੁਤ ਵਾਰ ਸ਼ਾਹ ਜਿਹੜਾ ਆ ਉਹ ਆੜਤੀ ਆ ਉਹ ਬਚਾ ਲੈਂਦਾ। ਉਸ ਦੇ ਨਾਲ ਸਵਲੀਨ ਜੀ ਇਹਨਾਂ ਦਾ ਜਿਹੜਾ ਬਹੁਤ ਵੱਡਾ ਕੰਮ ਆ ਉਹ ਮੰਡੀ ਸਿਸਟਮ ਨੂੰ ਵੀ ਤੋੜਨ ਲਈ ਆ। ਜਦੋਂ ਸਿੱਧੀ ਖਰੀਦ ਨਹੀਂ ਹੋਊਗੀ, ਅਗਲੀ ਵਾਰ ਉਹ ਜੇ ਕਾਰਪੋਰੇਟ ਸੈਕਟਰ ਦੀ ਖਰੀਦ ਕਰਦੇ ਆ ਤੇ ਲੋਕ ਆਪਣੇ ਆਪ ਉਹਨਾਂ ਖੇਤਾਂ ਵੱਲ ਜਦੋਂ ਮੰਡੀ 'ਚ ਫਸਲ ਜਾਣੀ ਨਹੀਂ, ਮੰਡੀ ਸਿਸਟਮ ਖਤਮ ਹੈ। ਤੇ ਉਸ ਦੇ ਨਾਲ ਸ਼ੇਰਗਿੱਲ ਸਾਹਿਬ 4000 ਤੋਂ ਜ਼ਿਆਦਾ ਪੰਜਾਬ 'ਚ ਮੰਡੀਆਂ ਹੈਗੀਆਂ। ਬਿਲਕੁਲ, ਤੇ ਇੱਕ ਮੰਡੀ 'ਚ ਸਭ ਤੋਂ ਮਜ਼ਬੂਤ ਸਿਸਟਮ ਹੈ ਪੰਜਾਬ ਦਾ। ਇੱਕ ਮੰਡੀ 'ਚ 50 ਤੋਂ 100 ਤੱਕ ਮੰਡੀ ਦੀ ਗਿਣਤੀ ਦੇ ਹਿਸਾਬ ਨਾਲ ਮਜ਼ਦੂਰ ਕੰਮ ਕਰਦੇ ਨੇ। ਇਹ ਉਹਨਾਂ ਮਜ਼ਦੂਰਾਂ ਦੇ ਉੱਤੇ ਵੀ ਸੱਟ ਵੱਜਣੀ ਆ। ਆੜਤੀਆਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਆ। ਭਾਵੇਂ ਉਹ ਵੱਡੀ ਧਿਰ ਨੇ, ਉਹਨਾਂ ਕੋਲ ਸਰਮਾਇਆ ਹੈ, ਕੁਝ ਹੋਰ ਕਰ ਲੈਣਗੇ, ਪਰ ਉਹ ਮਜ਼ਦੂਰ ਕੀ ਕਰਨਗੇ? ਉਹਨੂੰ 2.5% ਕਮਿਸ਼ਨ ਮਿਲਦਾ ਆੜਤੀਆਂ ਨੂੰ। ਬਿਲਕੁਲ 2.5% ਹੀ ਉਹ ਵਿਕਾਸ ਟੈਕਸ ਜਿਹੜਾ ਸਰਕਾਰ ਕੋਲ ਜਾਂਦਾ ਆ ਇਹਨਾਂ ਮੰਡੀਆਂ ਨੂੰ ਡਿਵੈਲਪ ਕਰਨ ਲਈ, ਪਿੰਡਾਂ ਦੀਆਂ ਸੜਕਾਂ ਬਣਾਉਣ ਲਈ, ਉਹ ਵੀ ਠੱਪ ਹੋ ਜਾਊਗਾ। ਫੈਡਰਲ ਢਾਂਚੇ ਤੇ ਵੀ ਸੱਟ ਆ। ਤੇ ਦੂਜੀ ਗੱਲ ਇਹ ਵੀ ਹੈ ਨਾ ਜੀ, ਮੰਡੀ ਬੋਰਡ ਪੰਜਾਬ ਦਾ ਬਹੁਤ ਅਮੀਰ ਬੋਰਡ ਆ। ਪੰਜਾਬ ਸਰਕਾਰ ਨੂੰ ਕਈ ਵਾਰ ਮੰਡੀ ਬੋਰਡ ਕਹਿ ਰਿਹਾ ਕਿ ਤੁਸੀਂ ਦੱਸੋ ਕਿਹੜੀਆਂ ਸੜਕਾਂ ਬਣਾਉਣੀਆਂ, ਕਿਹੜੇ ਸਕੂਲ ਕਾਲਜਾਂ ਦਾ ਕੰਮ ਕਰਨਾ, ਅਸੀਂ ਕਰ ਸਕਦੇ ਹਾਂ, ਤੇ ਉਹ ਮੰਡੀ ਬੋਰਡ ਤੇ ਵੀ ਸੱਟ ਆ। ਫੈਡਰਲ ਢਾਂਚੇ ਦੀ ਇਹਨਾਂ ਨੇ ਗੱਲ ਕੀਤੀ, ਉਹ ਬਿਲਕੁਲ ਠੀਕ ਹੈ। ਤੇ ਉਹਦਾ ਇੱਕ ਹੋਰ ਵੱਡਾ ਕਾਰਨ ਵੀ ਆ ਇਸ ਖਰੀਦ ਸਿਸਟਮ ਨੂੰ ਰੋਕਣ ਦਾ ਕਿ BJP ਪੰਜਾਬ 'ਚ ਬਹੁਤ ਕਮਜ਼ੋਰ ਆ, ਕਾਂਗਰਸ ਬਹੁਤ ਤਾਕਤਵਰ ਨਜ਼ਰ ਆਉਂਦੀ ਆ। ਤੇ ਕਿਤੇ ਨਾ ਕਿਤੇ ਸੈਂਟਰ ਸਰਕਾਰ ਇਹ ਵੀ ਸੋਚਦੀ ਹੋਊਗੀ ਕਿ ਜੇ ਇਸ ਵਾਰ ਦੀ ਖਰੀਦ ਖਤਮ ਹੁੰਦੀ ਆ, ਖਰਾਬ ਹੁੰਦੀ ਆ, ਤੇ ਮੋਰੇ ਅਗਲੀ ਵਾਰ ਝੋਨੇ ਦੀ ਖਰੀਦ ਖਤਮ ਹੁੰਦੀ ਆ, ਤੇ ਕਾਂਗਰਸ ਤੋਂ ਵੀ ਲੋਕਾਂ ਦਾ ਜਿਹੜਾ ਮੋਹ ਆ ਭੰਗ ਹੋ ਸਕਦਾ। ਕਿਤੇ ਨਾ ਕਿਤੇ ਉਹਦੇ ਵਿੱਚ ਰਾਜਨੀਤੀ ਵੀ ਸ਼ਾਮਲ ਆ, ਸਿਆਸਤ ਜੋੜਤੀ। ਬਿਲਕੁਲ। ਤੇ ਕੁੱਲ ਮਿਲਾ ਕੇ ਇਹ ਜਿਹੜਾ ਸਿਸਟਮ ਆ, ਜੇ ਉਹ ਸਿੱਧੀ ਖਰੀਦ ਕਰਾਉਣੀ ਚਾਹੁੰਦੇ ਆ ਤੇ ਉਹਦੇ ਲਈ ਕੈਪਟਨ ਸਾਹਿਬ ਦੀ ਗੱਲ ਜਿਹੜੀ ਠੀਕ ਆ ਕਿਤੇ ਨਾ ਕਿਤੇ, 1 ਸਾਲ ਦੀ ਬਜਾਏ ਭਾਵੇਂ 2 ਜਾਂ 3 ਸਾਲ ਦਾ ਸਮਾਂ ਲਿਆ ਜਾਵੇ, ਉਹਦੇ ਲਈ ਪ੍ਰੋਪਰ ਇੱਕ ਸਿਸਟਮ ਡਿਵੈਲਪ ਕੀਤਾ ਜਾਵੇ। 3 ਸਾਲ ਤੱਕ ਫਿਰ ਮੋਦੀ ਸਰਕਾਰ ਦਾ ਵੀ ਸਮਾਂ ਆ ਜਾਣਾ। ਉਹ ਤਾਂ ਬਹੁਤ ਨਿਸ਼ਚਿੰਤ ਆ ਕਿ ਮੂਹਰੇ ਸਾਡੇ ਕੋਈ ਵਿਰੋਧ ਹੀ ਕੋਈ ਨਹੀਂ। ਬਿਲਕੁਲ ਸਹੀ ਗੱਲ। ਉਹ ਤੇ ਆਪਣੀ ਜਗ੍ਹਾ ਤੇ ਠੀਕ ਬੈਠੇ ਨੇ। ਤੇ ਫਿਰ ਮੇਰਾ ਕਹਿਣ ਦਾ ਮਤਲਬ ਸੀ ਸ਼ੇਰਗਿੱਲ ਸਾਹਿਬ ਕਿ ਖੇਤੀ ਦਾ ਵਿਭਿੰਨੀਕਰਨ ਜਿਹੜਾ ਆ, ਡਾਈਵਰਸਿਫਿਕੇਸ਼ਨ ਆ, ਕਿ ਫਿਰ ਵੱਖਰੀਆਂ ਫਸਲਾਂ ਬੀਜੀਆਂ ਜਾਣ ਤਾਂ ਜੋ ਕਣਕ ਤੇ ਝੋਨੇ ਦਾ ਇਹਨਾਂ ਰੌਲਾ ਹੀ ਨਾ ਹੋਵੇ, ਤੇ ਪੰਜਾਬ ਫਿਰ ਸੌਖਾ ਹੋ ਜਾਊਗਾ। ਉਹਦੇ ਵੀ ਮੁੱਲ ਨਿਰਧਾਰਿਤ ਕਰ ਦੇਣ ਤਾਂ ਫਸਲ ਬੀਜਣ ਲੱਗ ਪੈਣਗੇ। ਉਹਨਾਂ ਦਾ ਮੁੱਲ ਹੀ ਨਹੀਂ ਦਿੰਦੇ ਇਹ, ਸਵਾਏ ਕਣਕ ਝੋਨੇ ਤੋਂ ਬਿਨਾਂ ਕੋਈ ਮੁੱਲ ਮਿਲਦਾ ਹੀ ਨਹੀਂ। ਪਰ ਅਸੀਂ ਜਿੰਨੀ ਡਿਸਕਸ਼ਨ ਕੀਤੀ ਉਹਦੇ 'ਚ ਇਹ ਗੱਲ ਆ ਕਿ ਉਹਨਾਂ ਦਾ ਜਿਹੜਾ ਤਹਈਆ ਆ ਪੰਜਾਬ ਦੀ ਖੇਤੀ ਦਾ ਲੱਕ ਤੋੜ ਕੇ ਇਹਨੂੰ ਕਾਰਪੋਰੇਟ ਵੱਲ ਨੂੰ ਤੋਰਨ ਦਾ ਹੀ ਆ, ਤੇ ਇਹਦੇ 'ਚ ਉਹ ਸਫਲ ਹੁੰਦੇ ਜਾਪਦੇ ਨੇ। ਬਿਲਕੁਲ। ਤੇ ਇਹੋ ਜੀ ਗੱਲ ਰਾਜੇਵਾਲ ਸਾਹਿਬ ਨੇ ਵੀ ਕੀਤੀ ਆ ਕਿ ਇਹ ਜਿਹੜਾ 3 ਬਿੱਲਾਂ ਦਾ ਸੰਘਰਸ਼ ਹੈ ਆਖਰੀ ਨਹੀਂ ਆ। ਇਸ ਤੋਂ ਬਾਅਦ ਪੰਜਾਬ ਤੇ ਹਿੰਦੁਸਤਾਨ ਦੀ ਖੇਤੀ ਦੀ ਹੋਂਦ ਨੂੰ ਬਚਾਉਣ ਲਈ ਸਾਨੂੰ ਲੰਬੀਆਂ ਲੜਾਈਆਂ ਹੋਰ ਲੜਨੀਆਂ ਪੈਣੀਆਂ। ਬਿਲਕੁਲ ਸਹੀ ਗੱਲ। ਸ਼ੇਰਗਿੱਲ ਜੀ, ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਸਵਲੀਨ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।